Guru, 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 Guru। ਵਾਹਿਗੁਰੂ जी का खालसा वाहिगुरु जी की फतेह। आओ गुरमुख प्यारिओ, ਇਹ ਜੋ ਅਕਾਲ ਪੁਰਖ ਨੇ ਬਖਸ਼ਿਸ਼ ਕੀਤੀ ਸਾਡੇ ਜੀਵਾਂ ਤੇ, ਇਹ ਜੋ ਸਾਨੂੰ ਮਨੁੱਖਾ ਜਨਮ ਬਖਸ਼ਿਸ਼ ਕੀਤਾ, ਇਹ ਉਹਦਾ ਲਾਹਾ ਲੈਣ ਵਾਸਤੇ ਆਪਾਂ ਆਪਣੇ ਜੀਵਨ ਦੇ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਇਹ ਆਪਾਂ ਸੰਗਤੀ ਰੂਪ ਦੇ ਵਿੱਚ ਜੋ ਇਕੱਤਰ ਹੁੰਨੇ ਆ, ਇਹ ਆਪਣੇ ਜੀਵਨ ਨੂੰ ਸਫਲ ਕਰਨ ਵਾਸਤੇ ਆਪਾਂ ਇਹ ਗੁਰ ਵੀ ਸਿੱਖਦੇ ਹਾਂ, ਕਿਉਂਕਿ ਸੰਸਾਰ ਵਿੱਚ ਰਹਿ ਕੇ ਆਪਾਂ ਬਾਕੀ ਕਰਮ ਸਾਰੇ ਸਿੱਖ ਲਏ ਤੇ ਜਿਹਦੇ ਨਾਲ ਸਾਡਾ ਜੀਵਨ ਅਨੁਭਵ ਚੱਲ ਰਿਹਾ ਚੰਗਾ, ਤੇ ਜਿਹੜੇ ਹੁਣ ਉਹ ਵੀ ਕਰਮ ਸਿੱਖਣੇ ਆ ਜਿਹਨੂੰ ਸ਼ੁਭ ਕਰਮ ਕਹਿੰਦੇ ਆ, ਜਿਹਦੇ ਨਾਲ ਸਾਡਾ ਮਨ ਪ੍ਰਭੂ ਨਾਲ ਜੋੜਨਾ ਹੈ, ਜਿਸ ਨੇ ਇਸ ਨੂੰ ਇਸ ਖੇਡ ਵਿੱਚ ਪਾ ਕੇ ਇੱਥੇ ਭੇਜਿਆ। ਆਓ ਫਿਰ ਆਪਾਂ ਥੋੜਾ ਪਹਿਲਾਂ ਸੁਰਤੀਆਂ ਬੀਤੀਆਂ ਕਾਗਰ ਕਰੀਏ, ਸਿਮਰਨ ਨਾਲ ਜੁੜੀਏ, ਫਿਰ ਉਸ ਤੋਂ ਬਾਅਦ ਅੱਗੇ ਆਪਾਂ ਵਿਚਾਰ ਕਰਦੇ ਹਾਂ। ਅੱਜ ਜੋ ਤੀਸਰੇ ਪਾਤਸ਼ਾਹੀ ਦੀ ਵਿਚਾਰ ਚੱਲਣੀ ਹੈ, ਉਦੋਂ ਤੋਂ ਆਪਾਂ ਆਪਣੇ ਜੀਵਨ ਦੀ ਸੇਧ ਲੈਣੀ। ਆਓ ਫਿਰ ਸਾਰੇ ਸੁਰਤੀਆਂ ਬੀਤੀਆਂ ਕਾਗਰ ਕਰਨ ਲਈ ਸਿਮਰਨ ਕਰੀਏ, ਫਿਰ ਬਾਅਦ ਵਿੱਚ ਵਿਚਾਰ ਕਰਦੇ। ਕਰੋ ਜੀ ਕਿਰਪਾ। ਵਾਹਿਗੁਰੂ 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 ਵਾਹਿਗੁਰੂ
गुरु वाहिगुरु 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 वाहिगुरु
ਗੁਰੂ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਵਡਭਾਗੀ ਹਾਂ ਅਸੀਂ ਸਾਰੇ ਜੋ ਸਤਿਗੁਰਾਂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਜੀਵਨ ਤੇ। ਇਹ ਸਾਡੇ ਜੀਵਨ ਦਾ ਜੋ ਮਨੋਰਥ ਭਈ ਪ੍ਰਾਪਤ ਮਨੁੱਖ ਦੇ ਵਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਵਰੀਆ, ਇਹਨੂੰ ਪੂਰਾ ਕਰਨ ਵਾਸਤੇ ਆਪਾਂ ਜੋ ਇੱਕ ਸੰਗਤੀ ਰੂਪ ਦੇ ਵਿੱਚ ਇਕੱਤਰ ਹੁੰਨੇ ਆ। ਇਹ ਸਤਿਗੁਰ ਨੇ ਵੱਡਾ ਉਪਕਾਰ ਕੀਤਾ, ਗੁਰਮੁਖਾਂ ਨੇ ਸਾਡੇ ਤੇ ਵੱਡਾ ਉਪਕਾਰ ਕੀਤਾ ਕਿ ਸਾਨੂੰ ਗੁਰਮਤ ਜੀਵਨ ਜਾਚ ਸਿਖਾ ਕੇ ਇਹ ਗੁਰਮਤ ਦੇ ਰਸਤੇ ਦੇ ਉੱਤੇ ਤੋਰ ਦਿੱਤਾ। ਹੁਣ ਜਿਸ ਤਰ੍ਹਾਂ ਆਪਾਂ ਚੱਲਦੇ ਜਾਵਾਂਗੇ ਉਸੇ ਤਰੀਕੇ ਨਾਲ ਸਾਨੂੰ ਜਿਹੜਾ ਹੈ ਇਹ ਜੀਵਨ ਦਾ ਲਾਹਾ ਮਿਲਦਾ ਜਾਣਾ। ਇਹ ਹੁਣ ਸਾਡੇ ਆਪਣੇ ਚੱਲਣ ਤੇ ਹੈ ਵੀ ਆਪਾਂ ਕਿਸ ਤਰ੍ਹਾਂ ਚੱਲਦੇ ਹਾਂ, ਕਿੰਨਾ ਕੁ ਕੋਈ ਗੁਰੂ ਦੀ ਮੱਤ ਅਖਤਿਆਰ ਕਰਦਾ ਹੈ, ਕਿੰਨਾ ਕੁ ਕੋਈ ਆਪਣੇ ਆਪ ਨੂੰ ਬੰਧਨਾਂ ਤੋਂ ਮੁਕਤ ਕਰਾਉਂਦਾ ਹੈ, ਕਿੰਨਾ ਕੁ ਕੋਈ ਮਹਾਰਾਜ ਅੱਗੇ ਬੇਨਤੀ ਕਰਦਾ ਹੈ ਮੁਕਤੀ ਲਈ, ਕਿੰਨੀ ਕੁ ਉਹਦੇ ਅੰਦਰ ਤੜਪ ਪੈਦਾ ਹੁੰਦੀ ਹੈ। ਇਹ ਹਰ ਇੱਕ ਦਾ ਆਪਣਾ ਨਿੱਜੀ ਹੈ। ਜਿਸ ਤਰ੍ਹਾਂ ਇੱਕ ਕਲਾਸ ਦੇ ਵਿੱਚ ਵਿਦਿਆਰਥੀ ਹੁੰਦੇ ਆ ਤੇ ਉਹ ਸਾਰਿਆਂ ਦੀ ਇੱਕੋ ਜਿਹੜੀ ਅਵਸਥਾ ਨਹੀਂ ਹੁੰਦੀ, ਅਲੱਗ-ਅਲੱਗ। ਇਸੇ ਤਰੀਕੇ ਨਾਲ ਗੁਰਮਤਿ ਦੀ ਕਲਾਸ ਦਾ ਵੀ ਇਹੀ ਹੈ ਵੀ ਜਿਸ ਤਰ੍ਹਾਂ ਕੋਈ ਮਿਹਨਤ ਕਰਦਾ ਹੈ, ਜਿਸ ਤਰ੍ਹਾਂ ਕਿਸੇ ਦੇ ਪੂਰਬਲੇ ਕਰਮ ਹੈ, ਉਸੇ ਤਰ੍ਹਾਂ ਹੀ ਉਹਦੀ ਜਿਹੜੀ ਮਾਨਸਿਕ ਅਵਸਥਾ ਬਣਦੀ ਹੈ ਤੇ ਉਹਦੇ ਅੰਦਰ ਤੜਪ ਪਿਆਰ ਪੈਦਾ ਹੁੰਦਾ ਹੈ। ਆਓ ਜੋ ਇਹ ਆਪਣੀ ਹਫ਼ਤਾਵਾਰੀ ਆਪਾਂ ਗੁਰਮਤਿ ਜੀਵਨ ਜਾਚ ਕਲਾਸ ਚੱਲਦੀ ਹੈ, ਉਹਦੇ ਵਿੱਚ ਆਪਾਂ ਜੋ ਗੁਰਮਤਿ ਜੀਵਨ ਜਾਚ ਸਿੱਖ ਰਹੇ ਹਾਂ, ਜੋ ਗੁਰਮੁਖਾਂ ਨੇ ਕਿਰਪਾ ਕਰਕੇ ਸਾਡੇ ਤੇ ਇਹ ਸਿਖਾਈ ਤੇ ਅੱਗੇ ਸੇਵਾ ਲਾਈ ਹੈ ਕਿ ਤੁਸੀਂ ਅੱਗੇ ਵੀ ਗਾਂ ਪ੍ਰਚਾਰ ਕਰਨਾ ਹੈ। ਉਹਦਾ ਇੱਕ ਮਨੋਰਥ ਹੈ ਵੀ ਅੱਗੇ ਗੱਲ ਕਰਨ ਦੇ ਨਾਲ ਸਾਡਾ ਜਿਹੜਾ ਮਨ ਹੈ ਉਹ ਸਾਨੂੰ ਪਤਾ ਲੱਗਦਾ ਰਹਿੰਦਾ ਕਿੱਥੇ ਹੈ, ਔਰ ਜਿਹੜਾ ਵਿਚਾਰ ਕਰਨ ਵਾਲਾ ਹੈ ਉਹ ਸਾਵਧਾਨ ਰਹਿੰਦਾ ਹੈ ਤੇ ਉਹ ਆਪਣੇ ਜੀਵਨ ਦਾ ਲਾਹਾ ਲੈ ਜਾਂਦਾ ਹੈ। ਇਹ ਵੀ ਇੱਕ ਇਹਦੇ ਪਿੱਛੇ ਮਨੋਰਥ ਹੈ ਵੱਡਾ, ਵੀ ਉਹ ਵਿਚਾਰ ਕਰਦਾ ਰਹੇਗਾ, ਸਾਵਧਾਨ ਰਹੇਗਾ, ਕਿਉਂਕਿ ਸੰਸਾਰ ਹੈ, ਇੱਥੇ ਪੰਜਾਂ ਦਾ ਖੇਡ ਹੈ, ਮਾਇਆ ਬਹੁਤ ਪ੍ਰਬਲ ਹੈ। ਤੇ ਜੇ ਉਹ ਵਿਚਾਰ ਕਰੇਗਾ ਪਰਮਾਤਮਾ ਦੀ, ਗੁਰੂ ਦੀ, ਗੁਰਮੁਖਾਂ ਦੀ, ਤਾਂ ਉਹ ਫਿਰ ਉਹਨਾਂ ਦੇ ਔਰੇ ਚ ਦਾਇਰੇ ਚ ਰਹੇਗਾ ਤੇ ਉਹਦਾ ਬਚਾਅ ਹੋ ਜਾਏਗਾ। ਇਸ ਕਰਕੇ ਆਓ ਜਿਸ ਤਰ੍ਹਾਂ ਆਪਾਂ ਇਹ ਸਤਿਗੁਰ ਨੇ ਕਿਰਪਾ ਕੀਤੀ, ਆਪਾਂ ਨਿਰੰਕਾਰ ਤੋਂ ਸਤਿਗੁਰੂ ਨਾਨਕ ਦੇਵ ਜੀ ਨੇ ਇੱਕ ਤੋਂ ਖੇਡ ਸਾਰਾ ਸ਼ੁਰੂ ਕੀਤਾ। ਆਪਾਂ ਨੂੰ ਸਤਿਗੁਰ ਦਾ ਭੇਦ ਦਿੱਤਾ ਹੈ, ਗੁਰੂ ਦਾ ਇਹ ਸਾਰਾ ਭੇਦ ਦਿੱਤਾ ਹੈ। ਹੁਣ ਜਦੋਂ ਬਾਬਾ ਅਮਰਦਾਸ ਜੀ ਜਿਹੜੇ ਸਨ ਉਹ ਸ਼ੁਰੂ ਤੋਂ ਹੀ ਬਹੁਤ ਜਿਹੜੇ ਸੀ ਉਹ ਧਾਰਮਿਕ ਸੁਭਾਅ ਦੇ ਸੀ, ਔਰ ਜੋ ਸੀ ਉਹ ਤੀਰਥ ਇਸ਼ਨਾਨ ਤੇ ਜੋ ਇਹ ਆਪਣੇ ਸਥਾਨ ਜਿਹੜੇ ਪੁਰਾਣੇ ਹੈ ਉੱਥੇ ਉਹ ਜਾਂਦੇ ਰਹਿੰਦੇ, ਯਾਤਰਾ ਤੇ, ਤੀਰਥ ਯਾਤਰਾ ਤੇ ਜਾਂਦੇ ਰਹਿੰਦੇ ਸੀ ਗੰਗਾ ਦੇ ਇਸ਼ਨਾਨ ਲਈ ਹਰ ਸਾਲ। ਔਰ ਉਹਨਾਂ ਨੂੰ ਜਿਹੜਾ ਸੀ ਇਹ ਵੇਦਾਂ, ਸ਼ਾਸਤਰਾਂ, ਸਿਮਰਤੀਆਂ, ਇਹਨਾਂ ਦਾ ਸਾਰਾ ਗਿਆਨ ਬਹੁਤ ਜ਼ਿਆਦਾ ਸੀ। ਤੇ ਜਦੋਂ ਹੁਣ ਇਸ ਵਾਰ ਵੀ ਜਦੋਂ ਗਏ 20ਵੀਂ ਵਾਰ, ਤਾਂ ਉਦੋਂ ਵੀ ਉੱਥੇ ਫਿਰ ਜਦੋਂ ਵਿਚਾਰ ਚਰਚਾ ਚੱਲੀ ਤੇ ਉਹ ਵਿਚਾਰ ਚਰਚਾ ਦੇ ਵਿੱਚ ਜਿਹੜਾ ਸੀ ਉਹ ਜਿੱਤ ਜਾਂਦੇ ਹਰ ਵਾਰੀ। ਤੇ ਇਸ ਵਾਰ ਵੀ ਜਦੋਂ ਜਿੱਤ ਗਏ ਤੇ ਉੱਥੇ ਨਾ ਉਹਨਾਂ ਨੂੰ ਇੱਕ ਬ੍ਰਹਮਚਾਰੀ ਸਾਧੂ ਮਿਲਿਆ ਤੇ ਉਹਨਾਂ ਨੇ ਦੇਖਿਆ ਵੀ ਬੜੇ ਉੱਚੇ ਜੀਵਨ ਵਾਲੇ ਗੁਰਮੁਖ ਹੈ ਤੇ ਇਹਨਾਂ ਦੀ ਸੰਗਤ ਕਰਕੇ ਲਾਹਾ ਲੈਣਾ ਚਾਹੀਦਾ ਹੈ। ਤਾਂ ਉਹਨਾਂ ਦੀ ਜਦੋਂ ਸੰਗਤ ਕੀਤੀ, ਦੇਖਿਆ ਵੀ ਬਹੁਤ ਤੇਜ਼ ਬੁੱਧੀ ਜਿਹਨੂੰ ਆਪਾਂ ਕਹਿੰਦੇ,
ਤੇ ਉਹ ਤੇਜ ਬੁੱਧੀ ਕਰਕੇ ਵੀ ਸਾਰੀ ਵੇਦਾਂ ਸ਼ਾਸਤਰਾਂ ਦਾ ਗਿਆਨ ਹੈ ਇਹਨਾਂ ਨੂੰ, ਵੀ ਆਪਾਂ ਇਹਨਾਂ ਦੀ ਸੰਗਤ ਕਰਕੇ ਲਾਹਾ ਲਈਏ। ਤੇ ਉਹ ਫਿਰ ਉਹ ਨਾਲ ਹੀ ਗੁਰਮੁਖਾਂ ਦੇ ਨਾਲ ਹੀ ਆ ਗਏ ਤੇ ਬਾਸਰ ਕੇ ਪਿੰਡ ਹੀ ਬਾਬਾ ਜੀ ਹੁਣਾਂ ਦੇ ਨਾਲ ਆ ਗਏ ਤੇ ਉਹਨਾਂ ਨਾਲ ਉੱਥੇ ਰਹਿਣ ਲੱਗੇ। ਜੋ ਨਿੱਤ ਦਾ ਕਰਮ ਕਰਦੇ ਉਹ ਰੋਜ਼ ਤੇ ਨਾਲ ਵਿਚਾਰ, ਜੋ ਵੀ ਵਿਚਾਰ ਵਟਾਂਦਰਾ ਹੁੰਦਾ ਉਹ ਕਰਦੇ। ਜੋ ਨਿੱਤ ਦਾ ਕਰਮ ਸੀ ਉਹਨਾਂ ਦੀ, ਜੋ ਰਹੁ ਰੀਤ ਸੀ। ਤੇ ਉਹ ਫਿਰ ਨਾ ਜਦੋਂ ਇਸ ਤਰ੍ਹਾਂ ਕਰਦੇ ਤੇ ਇੱਕ ਦਿਨ ਉਹਨਾਂ ਨੇ ਨਾ 2-3 ਦਿਨਾਂ ਬਾਅਦ ਉਹ ਸਾਧੂ ਨੇ ਪੁੱਛਿਆ ਬਈ ਕੋਈ ਧਿਆਨ ਦੀ ਗੱਲ ਸੁਣਾਓ, ਕੋਈ ਪ੍ਰਮਾਤਮਾ ਦੇ ਮਿਲਾਪ ਦੀ ਗੱਲ ਸੁਣਾਓ, ਕੋਈ ਅੰਦਰ ਦੀ ਗੱਲ ਸੁਣਾਓ। ਤਾਂ ਬਾਬਾ ਅਮਰਦਾਸ ਜੀ ਨੇ ਕਿਹਾ ਵੀ ਜਿਹੜੀ ਗਿਆਨ ਦੀਆਂ ਗੱਲਾਂ ਤੁਹਾਨੂੰ ਕਾਫੀ ਸੁਣਾਈਆਂ, ਤੁਸੀਂ ਹੁਣ ਉਦੋਂ ਤੋਂ ਨਾਲ ਹੀ ਚੱਲ ਰਹੇ ਹੋ। ਤੇ ਉਹ ਕਹਿੰਦੇ ਵੀ ਧਿਆਨ ਦੀ, ਕੋਈ ਪ੍ਰਮਾਤਮਾ ਦੇ ਮਿਲਾਪ ਦੀ। ਉਹ ਕਹਿੰਦੇ ਵੀ ਮਿਲਾਪ ਦੀ ਤੇ ਕੋਈ ਗੱਲ ਨਹੀਂ, ਵੀ ਇਹ ਜਿਹੜਾ ਗਿਆਨ ਦੁਆਰਾ ਹੀ ਮਿਲਾਪ ਹੈ। ਗਿਆਨ ਹੋਣਾ ਬਹੁਤ ਜ਼ਰੂਰੀ ਇਨਸਾਨ ਨੂੰ, ਗਿਆਨ ਦੇ ਨਾਲ ਹੀ ਸਾਰਾ ਜਿਹੜਾ ਖੇਡ ਚੱਲਦਾ ਹੈ, ਗਿਆਨ ਦਾ ਹੀ ਸਾਰਾ ਖੇਡ ਹੈ। ਤਾਂ ਇਸ ਤਰ੍ਹਾਂ ਜਦੋਂ ਫਿਰ ਸਮਾਂ ਲੰਘਿਆ ਤੇ ਉਹ ਸਾਧੂ ਨੇ ਫਿਰ ਪੁੱਛਿਆ, ਜੀ ਦੱਸੋ ਵੀ ਕੋਈ ਧਿਆਨ ਦੀ ਖੇਡ, ਕੋਈ ਅੰਦਰਲੀ ਗੱਲ, ਕੋਈ ਮਿਲਾਪ ਦੀ ਗੱਲ, ਤੇ ਦੱਸੋ ਤੁਹਾਡਾ ਗੁਰੂ ਕੌਣ ਹੈ ਤੇ ਮੈਨੂੰ ਵੀ ਮਿਲਾਓ। ਤੇ ਉਹ ਕਹਿੰਦੇ ਵੀ ਗੁਰੂ ਤੇ ਕੋਈ ਨਹੀਂ। ਉਹ ਸਾਧੂ ਬੜਾ ਹੈਰਾਨ ਹੋਇਆ। ਉਹ ਕਹਿੰਦੇ ਜੀ ਗੁਰੂ ਵੀ ਗੁਰੂ ਤੁਹਾਡਾ ਕੌਣ ਹੈ? ਕੋਈ ਗੁਰੂ ਹੋਏਗਾ ਹੀ ਜਿੱਥੋਂ ਤੁਸੀਂ ਇੰਨਾ ਗਿਆਨ ਇਕੱਠਾ ਕੀਤਾ। ਉਹ ਕਹਿੰਦੇ ਗੁਰੂ ਤੇ ਕੋਈ ਧਾਰਨ ਨਹੀਂ ਕੀਤਾ। ਤੇ ਉਹ ਸਾਧੂ ਬੜਾ ਨਾਰਾਜ਼ ਹੋਇਆ ਇਸ ਗੱਲ ਤੋਂ, ਬਈ ਮੈਂ ਨੇ ਗੁਰੂ ਦੇ ਹੱਥੋਂ ਇੰਨਾ ਚਿਰ ਖਾਂਦਾ ਰਿਹਾ, ਉਹਦੇ ਕੋਲ ਰਹਿ ਕੇ, ਤੇ ਮੈਂ ਤੇ ਮੇਰਾ ਤੇ ਜੀਵਨ ਭ੍ਰਿਸ਼ਟ ਹੋ ਗਿਆ। ਬੜਾ ਇਸ ਤਰ੍ਹਾਂ ਉਹਨ ਐਸੇ ਬੋਲ ਕਬੋਲ ਬੋਲੇ ਵੀ ਮੈਨੂੰ ਨਿਗੁਰੇ ਦੀ ਸੰਗਤ ਮਿਲ ਗਈ ਤੇ ਮੇਰਾ ਤੇ ਜਿਹੜਾ ਹੈ ਉਹ ਜੀਵਨ ਗਿਆ ਵਿਅਰਥ। ਇਸ ਤਰ੍ਹਾਂ ਉਹਨੇ ਕਿਹਾ ਵੀ ਤੁਸੀਂ ਨਿਗੁਰੇ ਤੇ ਗੁਰੂ ਤੋਂ ਬਿਨਾਂ ਤਾਂ ਕੋਈ ਗਤਿਆ ਨਹੀਂ ਹੈ। ਉਹ ਬੋਲ ਕਬੋਲ ਬੋਲ ਕੇ ਜਿੰਨਾ ਉਹਨੇ ਮਨ ਚ ਸੀ ਆਇਆ ਰੋਸ, ਉਹ ਪ੍ਰਗਟ ਕਰਕੇ ਚਲਾ ਗਿਆ। ਪਰ ਉਹਦਾ ਕਾਰਨ ਇਹ ਬਣਿਆ ਵੀ ਬਾਬਾ ਅਮਰਦਾਸ ਜੀ ਦੇ ਉੱਤੇ ਬੜਾ ਅਸਰ ਪਿਆ, ਵੀ ਦੇਖੋ ਸੰਤ ਸਾਧੂ ਹੀ ਬੜੀ ਇੱਜ਼ਤ ਕਰਦਾ ਸੀ ਤੇ ਹੁਣ ਅੱਜ ਇੱਕ ਮਿੰਟ ਚ ਹੀ ਇੰਨਾ ਕੁਛ ਬੋਲ ਕਬੋਲ ਬੋਲ ਕੇ ਚਲਾ ਗਿਆ, ਨਾਰਾਜ਼ ਹੋ ਗਿਆ, ਸਾਧੂ ਨੂੰ ਨਾਰਾਜ਼ ਕਰਤਾ। ਤੇ ਇਹ ਜਿਹੜਾ ਗੁਰੂ ਦੀ ਗੱਲ ਕਰਤੀ ਉਹਨਾਂ ਨੇ, ਤੇ ਗੁਰੂ ਵੀ ਆਪਾਂ ਕੋਈ ਧਾਰਨ ਨਹੀਂ ਕੀਤਾ। ਫਿਰ ਸਭ ਤੋਂ ਵੱਡੀ ਜਿਹੜੀ ਉਹਨਾਂ ਨੇ ਗੱਲ ਕੀਤੀ ਵੀ ਕੋਈ ਮਾਲਕ ਦੀ ਆਵਾਜ਼ ਸੁਣੀ, ਮਾਲਕ ਦੇ ਦਰਸ਼ਨ ਹੋਏ, ਇਹਦੀ ਕੋਈ ਗੱਲ ਦੱਸੋ। ਤਾਂ ਉਹ ਵੀ ਕੋਈ ਗੱਲ ਨਹੀਂ। ਤਾਂ ਫਿਰ ਉਹ ਇਸ ਚੀਜ਼ ਤੇ ਸੋਚਣ ਤੇ ਮਜਬੂਰ ਹੋਏ ਵੀ ਕੋਈ ਮਾਲਕ ਨੂੰ ਵੀ ਮਿਲਣਾ ਹੈ, ਕੋਈ ਮਾਲਕ ਦਾ ਜਿਹੜਾ ਹੈ ਉਹਨੂੰ ਵੀ ਮਿਲਾਪ ਲਈ ਜ਼ਰੂਰੀ ਹੈ, ਉਹਦੇ ਨਾਲ ਵੀ ਮਿਲਾਪ ਹੋਣਾ ਜ਼ਰੂਰੀ ਹੈ, ਉਹਦੇ ਵਾਸਤੇ ਗੁਰੂ ਦੀ ਲੋੜ ਹੈ। ਤੇ ਉਹ ਬੜਾ ਇਹਦੇ ਨਾਲ ਮਨ ਦੇ ਉੱਤੇ ਅਸਰ ਹੋਇਆ। ਹਾਲਾਂਕਿ ਜਿਹੜੀ ਹੈ ਉਹ ਗਿਆਨ ਤੇ ਧਿਆਨ ਦੀ ਗੱਲ ਘਰ ਵਿੱਚ ਹੋ ਰਹੀ ਸੀ। ਜਿਹੜੇ ਬੀਬੀ ਅਮਰੋ ਜੀ ਸੀ, ਉਹ ਇਹਨਾਂ ਦੇ ਭਰਾ ਦੇ ਬੇਟੇ ਨਾਲ ਵਿਆਹੇ ਹੋਏ ਸਨ ਤੇ ਉਹ ਉੱਥੇ ਸੰਗਤ ਕਰਾਉਂਦੇ ਸੀ। ਜਿਸ ਤਰ੍ਹਾਂ ਅੱਜ ਹੈ ਨਾ ਗੁਰਮੁਖ ਬੱਚੀਆਂ ਦਾ ਵਿਆਹ ਹੋ ਜਾਂਦਾ ਜਾਂ ਗੁਰਮੁਖ ਦਾ, ਤੇ ਉਹ ਜਿੱਥੇ ਵਿਆਹ ਹੋ ਕੇ ਜਾਂਦੀਆਂ ਤੇ ਉੱਥੇ ਸਹੁਰੇ ਪਰਿਵਾਰ ਚ ਵੀ ਉਹ ਫਿਰ ਉਹ ਇਕੱਠ ਦੀ ਕਹਾਣੀ ਕਰਦੀਆਂ, ਭਾਵੇਂ ਉਹ ਪਰਿਵਾਰ ਦੇ ਜੀਆਂ ਚ ਹੀ ਕਰਨ ਤੇ ਭਾਵੇਂ ਨਾਲ ਤਾਏ ਚਾਚੇ ਜਿਹੜੇ ਹੁੰਦੇ ਉਹ ਵੀ ਆ ਕੇ ਜੀ ਲਾਹਾ ਲੈਂਦੇ। ਫਿਰ ਇਸ ਤਰ੍ਹਾਂ ਸੰਗਤ ਵੱਧਦੀ ਹੈ ਵੀ ਪਹਿਲਾਂ ਪਰਿਵਾਰ ਚ ਸ਼ੁਰੂ ਕਰਦੇ, ਫਿਰ ਉਹ ਨਾਲ ਜਿਹੜਾ ਹੈ ਉਹ ਤਾਏ ਚਾਚੇ, ਉਹਨਾਂ ਦੀ ਨੌਵਾਂ ਪੁੱਤਰ ਧੀਆਂ ਆ ਜਾਂਦੇ, ਉਹ ਸੰਗਤ ਕਰਦੇ। ਤੇ ਇਸ ਤਰ੍ਹਾਂ ਹੀ ਉਹ ਬੀਬੀ ਅਮਰੋ ਜੀ ਕਰਦੇ ਸੀ ਸੰਗਤ, ਕੱਥ ਦੀ ਕਹਾਣੀ ਸਿਮਰਨ ਕਰਾਉਂਦੇ ਸੀ ਸ਼ਾਮ ਨੂੰ। ਤਾਂ ਪਰ ਉਹ ਜਿਹੜੀ ਗੱਲ ਨੂੰ ਸੀ, ਕਿਉਂਕਿ ਉਹ ਜਿਸ ਤਰ੍ਹਾਂ ਕਹਿੰਦੇ ਘਰ ਦਾ ਜੋਗੀ ਜੋਗੜਾ ਵਾਲੀ ਗੱਲ ਸੀ, ਕਿਉਂਕਿ ਗਿਆਨ ਬਹੁਤ ਜ਼ਿਆਦਾ ਸੀ ਗੁਰਮੁਖਾਂ ਨੂੰ, ਤੇ ਉਹ ਗਿਆਨ ਅੱਗੇ ਵਾ ਜਾਂਦਾ ਹਰ ਵਾਰੀ ਵੀ ਇਹ ਬੱਚੀ ਹੈ ਜੇ ਨਹੁੰ ਸਾਡੀ, ਇਹਦੇ ਤੋਂ ਕੀ ਗੱਲ ਰੱਬ ਦੀ। ਤੇ ਗੁਰੂ ਅੰਗਦ ਦੇਵ ਜੀ ਨੂੰ ਵੀ ਜਾਣਦੇ ਸੀ ਤੇ ਉਹ ਕੁੜਮ ਸੀ। ਪਰ ਕਹਿਣ ਦਾ ਮਤਲਬ ਇਹ ਜਿਹੜਾ ਗਿਆਨ ਹੈ ਸਾਡੇ ਅੰਦਰ, ਗਿਆਨ ਇਹ ਦੁਨਿਆਵੀ ਸੰਸਾਰੀ ਕਿਤਾਬਾਂ ਦਾ, ਇਹ ਗਿਆਨ ਹੋ ਜਾਣਾ ਇੱਕ ਵੱਖਰੀ ਗੱਲ ਹੈ। ਇੱਕ ਜਿਹੜਾ ਗਿਆਨ, ਜਿਹੜਾ ਧਿਆਨ ਵਿੱਚ ਜਾ ਕੇ ਨਾਮ ਨਾਲ ਸੁਰਤੀ ਜੁੜ ਕੇ ਜਿਹੜਾ ਗਿਆਨ ਹੁੰਦਾ, ਉਹਨੂੰ ਬੁੱਧ
ਵਿਵੇਕ ਬੁੱਧ ਵਾਲਾ ਜਿਹੜਾ ਵਿਵੇਕ ਗਿਆਨ ਕਹਿੰਦੇ ਆ, ਉਹ ਹੋਣਾ ਇੱਕ ਗੱਲ ਹੋਰ। ਉਹ ਫਿਰ ਇੱਕ ਹੁੰਦਾ ਬਾਹਰੀ ਆਪਾਂ ਗਿਆਨ, ਜਿੱਦਾਂ ਹੁਣ ਆਪਾਂ ਵਿਚਾਰ ਕਰਦੇ ਹਾਂ ਬਾਹਰੀ ਗਿਆਨ ਦੇ ਨਾਲ ਸਾਰਾ ਕੁਝ ਆਪਾਂ ਸਮਝਾਉਂਦੇ ਆਪਣੇ ਮਨ ਨੂੰ, ਗੁਰਬਾਣੀ ਪੜ੍ਹਦੇ ਹਾਂ, ਸਾਰਾ ਕੁਝ ਕਰਦੇ ਹਾਂ, ਇਹ ਕਿੰਨਾ ਕਰਮ ਕਰਦੇ ਹਾਂ ਆਪਾਂ, ਸਾਰਾ ਕੀਰਤਨ ਕਰਦੇ ਹਾਂ, ਕਥਾ ਕਰਦੇ ਹਾਂ, ਸਾਰਾ ਬਾਹਰੀ ਗਿਆਨ ਜਿਹੜਾ ਉਹ ਸਾਨੂੰ ਅੰਦਰ ਨੂੰ ਮੋੜ ਕੇ ਲੈ ਕੇ ਜਾਂਦਾ। ਤੇ ਇੱਕ ਜਦੋਂ ਫਿਰ ਆਪਾਂ ਬਿਲਕੁਲ ਸੱਚ ਨਾਲ ਜੁੜ ਜਾਂਦੇ ਆ, ਉਹਦੇ ਨਾਲ ਦੇਖ ਕੇ ਅੰਤਰਗਤ ਸਾਰੀ ਖੇਡ ਨੂੰ ਦੇਖ ਕੇ ਬਿਆਨ ਕਰਦੇ ਆ, ਇੱਕ ਉਹ ਗਿਆਨ। ਹੁਣ ਉਹ ਜਦੋਂ ਇਸ ਤਰ੍ਹਾਂ ਹੋਇਆ ਤੇ ਉਹ ਕਥਾ ਕਰ ਰਿਹਾ ਵਿਚਾਰ, ਤੇ ਬੜੇ ਮਨ ਚ ਉਦਾਸ ਵਿਰਾਗ ਮਨ ਦੇ ਵਿੱਚ ਆਇਆ, ਤੇ ਜਾ ਕੇ ਨਾ ਉੱਥੇ ਸੰਗਤ ਚ ਬੈਠ ਕੇ, ਜਿੱਥੇ ਬੀਬੀ ਅਮਰੋ ਕਥਾ ਕਰਦੇ ਸੀ, ਸਿਮਰਨ ਕਰਾਉਂਦੇ ਸੀ, ਤੇ ਉਹ ਉਹਨਾਂ ਨੇ ਫਿਰ ਜਦੋਂ ਸਾਰੀ ਗੱਲਬਾਤ ਦੱਸੀ, ਵੀ ਕਹਿੰਦੇ ਗੁਰੂ ਅੰਗਦ ਦੇਵ ਜੀ ਦਾ ਸ਼ਬਦ, ਜੇ ਸੋ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਵੀ ਗੁਰੂ ਤੋਂ ਬਿਨਾਂ ਤੇ ਨਹੀਂ, ਉੱਥੇ ਕੁਦਰਤੀ ਵਿਚਾਰ ਉਹ ਚੱਲ ਰਹੀ ਸੀ ਵੀ ਗੁਰੂ ਦੇ ਤੋਂ ਬਿਨਾਂ ਨਹੀਂ ਗਿਆਨ ਹੋ ਸਕਦਾ, ਗੁਰੂ ਦੀ ਬਹੁਤ ਜ਼ਰੂਰਤ ਹੈ, ਇਸ ਕਰਕੇ ਗੁਰੂ ਤੋਂ ਬਿਨਾਂ ਭੇਦ ਨਹੀਂ ਆਉਂਦਾ। ਤਾਂ ਜਦੋਂ ਫਿਰ ਇਸ ਤਰ੍ਹਾਂ ਸਾਰੀ ਵਿਚਾਰ ਹੋਈ ਤਾਂ ਉਹਨਾਂ ਨੇ ਫਿਰ ਜਦੋਂ ਬੀਬੀ ਅਮਰੋ ਜੀ ਨੇ ਇਸ ਤਰ੍ਹਾਂ ਵਿਚਾਰ ਕਰਦੇ ਸਾਰਾ ਦੱਸਿਆ ਵੀ ਇੱਥੇ ਮਾਇਆ ਦਾ ਖੇਡ ਹੈ, ਮਾਇਆ ਨੇ ਜਾਲ ਪਸਾਰਿਆ ਹੋਇਆ ਦੂਰ ਤੱਕ, ਸਾਡੇ ਤਨ ਦੀ ਜਿਹੜੀ ਆ ਉਹ ਖੁਰਾਕ ਖਿਲਾਰੀ ਹੋਈ ਹੈ, ਤੇ ਜਿਹੜਾ ਮਨੁੱਖ ਦਾ ਮਨ ਹੈ ਸਰੀਰ ਖੁਰਾਕ ਦੇ ਫਿਕਰ ਵਿੱਚ ਜਾਲ ਵੱਲੋਂ ਬੇਧਿਆਨਾ ਹੋਇਆ, ਜਿਹੜੇ ਸਰੀਰਕ ਖੁਰਾਕ ਦੀ ਦੌੜ ਭੱਜ ਦੇ ਵਿੱਚ ਇਹ ਜਾਲ ਵੱਲੋਂ ਬੇਧਿਆਨਾ ਹੋਇਆ, ਇਸੇ ਕਾਰਨ ਕਰਕੇ ਫਿਰ ਜਾਲ 'ਚ ਫਸ ਜਾਂਦਾ। ਤੇ ਇਸ ਤਰ੍ਹਾਂ ਫਿਰ ਜਿਹੜਾ ਹੈ ਉਹ ਤ੍ਰਿਸ਼ਨਾ ਦੀ ਅੱਗ ਜਿਹੜੀ ਇਹਨੂੰ ਸਾੜਦੀ ਹੈ, ਸੰਸਾਰ ਦੇ ਵਿੱਚ ਤ੍ਰਿਸ਼ਨਾ ਦੀ ਅੱਗ ਜਿਹੜੀ ਇਹ ਸਾਰੇ ਸਾਡੇ ਮਨ ਦੀਆਂ ਕਾਮਨਾਵਾਂ, ਵਾਸ਼ਨਾਵਾਂ, ਇਹ ਜ਼ਰੂਰਤਾਂ, ਜੋ ਵੀ ਸਾਰਾ ਕੁਝ ਹੈ, ਇਹਨੂੰ ਤ੍ਰਿਸ਼ਨਾ ਦੀ ਅਗਨ ਕਿਹਾ। ਇਹ ਫਿਰ ਸਾਡੇ ਮਨ ਨੂੰ ਸਾੜਦੀ ਹੈ, ਤੇ ਇਹ ਨਕੰਮੇ ਲੋਹੇ ਦੀ ਤਰ੍ਹਾਂ ਜਿਹੜਾ ਹੈ ਉਹ ਹੋ ਜਾਂਦਾ ਫਿਰ ਇਹਦਾ ਜਿਹੜੀ ਅਵਸਥਾ। ਇੱਕ ਤਾਂ ਹੁੰਦਾ ਨਾ ਲੋਹਾ, ਉਹਨੂੰ ਲੋਹੇ 'ਚ ਉਹਨੂੰ ਅੱਗ 'ਚ ਸਾੜੋ ਤੇ ਉਹਨੂੰ ਫਿਰ ਕੁੱਟ ਲਓ, ਤੇ ਉਹਦੀ ਕੁੱਟ ਕੇ ਕੋਈ ਹਥਿਆਰ ਬਣ ਜਾਂਦਾ, ਕਿਸੇ ਕੰਮ ਆਉਂਦਾ। ਇੱਕ ਉਹਦੇ ਵਿੱਚੋਂ ਨਿਕਲਦਾ ਜਿਹੜਾ ਨਕੰਮਾ ਲੋਹਾ, ਉਹ ਜਿਹੜਾ ਨਕੰਮਾ ਲੋਹਾ ਉਹਨੂੰ ਮਨੂਰ ਕਿਹਾ ਹੈ ਗੁਰਬਾਣੀ 'ਚ। ਉਹ ਮਨੂਰ ਹੋ ਜਾਂਦਾ, ਉਹ ਨਾ ਤੁਸੀਂ ਦੇਖਿਓ ਕਦੇ ਤੁਹਾਨੂੰ ਸਮਾਂ ਮਿਲੇ, ਉਹ ਟੋਟੇ ਜੇ ਖਿਲਰੇ ਹੁੰਦੇ ਉੱਥੇ, ਉਹ ਲੋਹੇ 'ਚ ਉਹ ਅੱਗ ਦੇ ਵਿੱਚ ਵੀ ਜਲ ਕੇ ਲਾਲ ਹੋ ਕੇ ਵੀ ਨਹੀਂ ਉਹ ਕਿਸੇ ਕੰਮ ਆਉਂਦੇ, ਉਹ ਖਿਲਰ ਜਾਂਦੇ। ਤੇ ਜਿਹੜਾ ਲੋਹਾ ਚੰਗਾ ਹੁੰਦਾ ਹੈ ਉਹ ਢਲ ਜਾਂਦਾ, ਫਿਰ ਜਿੱਥੇ ਵੀ ਉਹ ਪਾਉਂਦੇ ਉਹ ਢਲ ਕੇ ਉਹਦਾ ਆਕਾਰ ਲੈ ਲੈਂਦਾ, ਤੇ ਉਹ ਵਰਤੋਂ 'ਚ ਆ ਜਾਂਦਾ। ਉਹਦੇ ਵਿੱਚੋਂ ਜਿਹੜਾ ਨਹੀਂ ਢਲਦਾ, ਐਸੇ ਕੁਛ ਹੁੰਦਾ ਲੋਹੇ ਦੇ ਕਣ, ਤੇ ਉਹਨੂੰ ਮਨੂਰ ਕਿਹਾ। ਉਹ ਹਿਸਾਬ ਸਾਡੇ ਮਨ ਦਾ ਹੈ, ਕਿਉਂਕਿ ਜਿੰਨਾ ਚਿਰ ਗੁਰੂ ਦੇ ਗਿਆਨ ਦੌਰਾ ਢਲਦਾ ਨਹੀਂ, ਇਹਨੂੰ ਆਕਾਰ ਨਹੀਂ ਮਿਲਦਾ, ਉਹ ਜਿਹੜਾ ਇਹਦਾ ਰੂਪ ਹੈ ਜਿਹੜਾ ਪ੍ਰਭੂ ਦਾ, ਉਹ ਰੂਪ ਨਹੀਂ ਮਿਲਦਾ ਜਿਹੜੇ ਰੂਪ 'ਚ ਇਹਨੂੰ ਢਾਲਣਾ ਚਾਹੁੰਦੇ। ਇਸ ਕਰਕੇ ਉਹ ਮਨੂਰ ਕਿਹਾ ਵੀ ਉਹ ਕਹਿੰਦੇ ਮਨੂਰ ਹੋ ਗਿਆ, ਤੇ ਜਿਹੜਾ ਮਨੂਰ ਹੋਇਆ, ਪਰ ਉਹ ਕਹਿੰਦੇ ਗੁਰੂ ਹੈ ਇੱਕ, ਗੁਰੂ ਪਾਰਸ ਕਿਹਾ, ਗੁਰੂ ਨੂੰ ਪਾਰਸ ਉਹ ਚੀਜ਼ ਕਹੀ ਜਾਂਦੀ ਹੈ ਜਿਹਦੇ ਨਾਲ ਸੋਨਾ ਲੱਗ ਜੇ, ਤੇ ਲੋਹਾ ਲੱਗ ਜੇ ਤੇ ਸੋਨਾ ਹੋ ਜਾਂਦਾ। ਪਰ ਉਹ ਕਹਿੰਦੇ ਵੀ ਗੁਰੂ ਇੱਕ ਐਸਾ ਪਾਰਸ ਹੈ ਜਿਹਦੇ ਨਾਲ ਮਨੂਰ ਹੋਇਆ ਤੇ ਲੋਹਾ ਤੇ ਬਣੂ, ਪਰ ਇਹ ਸੋਨਾ ਬਣ ਜੂ, ਇਹ ਸੋਨੇ ਦਾ ਰੂਪ ਅਖਤਿਆਰ ਕਰ ਸਕਦਾ। ਜਿਹੜਾ ਮਨੂਰ ਹੋਇਆ ਲੋਹਾ, ਜਿਹੜਾ ਕਿਸੇ ਕੰਮ ਨਹੀਂ ਹੈ, ਉਹਦੇ ਚੋਂ ਨਿਕਲੇ ਕਣ ਲੋਹੇ ਦੇ ਵਿੱਚੋਂ, ਉਹ ਕਿਸੇ ਕੰਮ ਨਹੀਂ ਆਉਂਦੇ, ਉਹ ਵੀ ਕਹਿੰਦੇ ਜਿਹੜੇ ਹੈ ਉਹ ਜੇ ਗੁਰੂ ਨਾਲ ਜੁੜ ਜੇ ਸੋਨਾ ਬਣ ਸਕਦੇ। ਇਹ ਜਦੋਂ ਸ਼ਬਦ ਦੀ ਵਿਚਾਰ ਚੱਲ ਰਹੀ ਸੀ ਤਾਂ ਉਹ ਕਹਿੰਦੇ ਜੇ ਗੁਰੂ ਮਿਲ ਜੇ ਤਾਂ ਫਿਰ ਉਹ ਸ਼ਬਦ ਦੀ ਵਿਚਾਰ 'ਚ ਦੱਸਿਆ ਉਹਨਾਂ ਨੇ, ਕਹਿੰਦੇ ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਲਿਖੇ, ਕਹਿੰਦੇ ਦੋਏ ਲੇਖ ਪਏ ਹੈ। ਕਰਨੀ ਜਿਹੜੀ ਆਪਾਂ ਨੂੰ ਇਹ ਸਾਰਾ ਬੁਰਾ ਭਲਾ ਜਿਹੜਾ ਆਪਾਂ ਕਹਿੰਦੇ ਗੁਣ ਔਗਣ ਜਿਹੜੇ ਆਪਾਂ ਦੇਖਦੇ, ਕਹਿੰਦੇ ਜਿਹਨੂੰ ਕਿਹਾ ਵੀ ਪਾਪ ਪੁੰਨ ਦਰਵਾਜ਼ਾ, ਇਹ ਦੋਨੋਂ ਜਿਹੜੇ ਆ ਇਹ ਲੇਖ ਸਾਰੇ ਮਨ ਦੇ ਉੱਤੇ ਲਿਖੇ ਹੋਏ ਆ, ਜਿਹੜੇ ਕਰਮ ਕਰਦਾ, ਚੰਗੇ ਕਰਮ ਮਾੜੇ ਕਰਮ, ਸਾਰਾ ਕੁਝ ਮਾਲਕ ਨੇ ਲਿਖ ਕੇ ਭੇਜਿਆ ਹੋਇਆ। ਤੇ ਕਹਿੰਦੇ ਜਿਉਂ-ਜਿਉਂ ਕਿਰਤ ਚਲਾਏ ਤਿਉਂ-ਤਿਉਂ ਚੱਲੀਏ, ਤੋ ਗੁਣ ਨਾਹੀ ਅੰਤ ਹਰੇ। ਜਿਸ ਤਰ੍ਹਾਂ ਪ੍ਰਭੂ ਪਰਮੇਸ਼ਰ ਚਲਾਉਂਦਾ ਹੈ ਉਸ ਤਰ੍ਹਾਂ ਹੀ ਆਪਾਂ ਜਿਹੜੇ ਉਹ ਜੀਵ ਸਾਰੇ ਚੱਲਦੇ ਆ। ਚਿੱਤ ਚੇਤਸ ਕੀ ਨਹੀਂ ਬਾਵਰਿਆ, ਹਰ ਬਿਸਰਤ ਤੇਰੇ ਗੁਣ ਗਲਿਆ। ਪਰ ਜਿਹੜੇ ਹਰੀ ਦੇ ਪ੍ਰਭੂ ਨੂੰ ਵਿਸਰ ਗਏ ਆਪਾਂ, ਤਾਂ ਫਿਰ ਜਿਹੜੇ ਸਾਡੇ ਗੁਣ ਆ ਉਹ ਵੀ ਖਤਮ ਹੋ ਜਾਂਦੇ।
ਜਿਨ੍ਹਾਂ ਗੁਣਾਂ ਨੇ ਸਾਨੂੰ ਸੰਗਤ 'ਚ ਲੈ ਕੇ ਆਉਣਾ ਹੁੰਦਾ ਹੈ, ਜਿਨ੍ਹਾਂ ਗੁਣਾਂ ਨੇ ਸਾਨੂੰ ਅੰਦਰੋਂ ਪ੍ਰੇਰਨਾ ਹੁੰਦਾ ਹੈ ਸੰਗਤ ਵਿੱਚ ਜਾਣ ਲਈ, ਨਾਮ ਸਿਮਰਨ ਲਈ, ਉਹ ਗੁਣ ਵੀ ਸਾਡੇ ਜਿਹੜੇ ਉਹ ਵਿਅਰਥ ਚਲ ਜਾਂਦੇ ਜਦੋਂ ਅਸੀਂ ਗੁਣਾਂ ਦੀ ਸਾਂਝ ਨਹੀਂ ਕਰਦੇ। ਇਸੇ ਕਰਕੇ ਆਪਾਂ ਨੂੰ ਕਿਹਾ ਵੀ ਸਾਂਝ ਕੀਜੈ ਗੁਣਾ ਕੇਰੀ, ਛੋੜ ਅਵਗੁਣ ਚੱਲੀਏ। ਗੁਣਾਂ ਦੀ ਸਾਂਝ ਨਹੀਂ ਕਰਦੇ ਫਿਰ ਆਪਾਂ, ਤੇ ਆਪਾਂ ਆਪਣੇ ਹੰਕਾਰ ਨੂੰ, ਗਿਆਨ ਨੂੰ ਅੱਗੇ ਰੱਖਦੇ ਹਮੇਸ਼ਾ। ਕਹਿੰਦੇ ਜਾਲੀ ਹੈਨ ਜਾਲੀ ਰੈਨ ਜਾਲ ਦਿਨ ਹੁਆ, ਜੇਤੀ ਘੜੀ ਫਾਹੀ ਤੇਤੀ, ਰਸ ਰਸ ਚੋਗ ਚੁਗੈ ਨਿਤ ਫਾਹੀ, ਛੂਟਸ ਮੂੜੇ ਕਵਣ ਗੁਣੀ। ਕਹਿੰਦੇ ਇਹ ਜਿਹੜੀ ਹੁਣ ਜਾਲ ਪਸਾਰਿਆ ਉਹਦੇ ਵਿੱਚ ਤੇ ਬੜੇ ਰਸਾਂ ਕਸਾਂ ਚ ਪੈ ਕੇ ਸਾਰੇ ਸਵਾਦ ਲੈਂਦਾ ਹੈ, ਪਰ ਇਹ ਫਾਹੀ ਦੇ ਵਿੱਚ ਫਸ ਰਿਹਾ, ਇਹਨੂੰ ਪਤਾ ਨਹੀਂ ਹੈ ਵੀ ਇਹ ਇੱਕ ਦਿਨ ਜਾਲ ਖਿੱਚ ਲੈਣਾ। ਕਾਇਆ ਐਰਨ ਮਤ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ, ਕੋਇਲੇ ਪਾਪ ਪੜੇ ਤਿਸ ਉੱਪਰ, ਮਨ ਜਲਿਆ ਸੰਨੀ ਚਿੰਤ ਭਈ, ਭਏ ਮਨੂਰ ਕੰਚਨ ਫਿਰ ਹੋਵੈ, ਜੇ ਗੁਰ ਮਿਲੈ ਤੇ ਨਹੀਂ। ਕਹਿੰਦੇ ਹੁਣ ਜੇ ਇਸ ਤਰ੍ਹਾਂ ਹੋਇਆ ਗੁਰੂ ਦੀ ਮੱਤ ਲੈ ਕੇ ਜੇ ਇਹ ਆਪਣੇ ਮਨ ਨੂੰ ਇੱਥੇ ਇਸ ਸਿਮਰਨ ਦੇ ਨਾਲ ਜੋੜੇ, ਇਹ ਜਿਹੜਾ ਇਹਦਾ ਜਿਹੜਾ ਹੈ ਰੂਪ ਬਦਲੇ, ਤਾਂ ਫਿਰ ਜਿਹੜਾ ਮਨੂਰ ਹੋਇਆ ਵੀ ਜਿਹੜਾ ਲੋਹਾ ਹੈ ਉਹ ਕੰਚਨ ਭਾਵ ਸੋਨਾ ਬਣ ਸਕਦਾ ਹੈ, ਜੇ ਇਹ ਗੁਰੂ ਦੀ ਮੱਤ ਅਖਤਿਆਰ ਕਰ ਲੈ। ਭਿਆ ਮਨੂਰ ਕੰਚਨ ਫਿਰ ਹੋਵੇ, ਕਹਿੰਦੇ ਭਿਆ ਮਨੂਰ ਵੀ ਜਿਹੜਾ ਹੋ ਚੁੱਕਿਆ ਹੈ, ਮਨੂਰ ਹੋ ਚੁੱਕਿਆ ਲੋਹਾ, ਉਹ ਵੀ ਫਿਰ ਕਹਿੰਦੇ ਆ ਸੋਨਾ ਬਣ ਜਾਂਦਾ। ਤੇ ਫਿਰ ਕਹਿੰਦੇ ਏਕ ਨਾਮ ਅੰਮ੍ਰਿਤ ਉਹ ਦੇਵੈ, ਤਾਂ ਨਾਨਕ ਤ੍ਰਿਸ਼ਟ ਦੇਹਾ। ਜਦੋਂ ਉਹ ਫਿਰ ਉਹ ਗੁਰੂ ਕੋਲ ਜਾਂਦਾ ਹੈ, ਅੰਮ੍ਰਿਤ ਵੇਈ ਦ੍ਰਿਸ਼ਟ ਦੇ ਨਾਲ ਜਿਹੜੇ ਇਹਦੇ ਸਾਰੇ ਵਿਕਾਰਾਂ ਦਾ ਨਾਸ ਹੁੰਦਾ ਹੈ, ਉਹ ਫਿਰ ਅੰਦਰ ਜਿਹੜਾ ਨਾਮ ਦਾ ਸ਼ਬਦ ਦਾ ਪ੍ਰਕਾਸ਼ ਹੁੰਦਾ ਹੈ, ਜਿਹਦੇ ਨਾਲ ਅੰਮ੍ਰਿਤ ਰਸ ਹੁੰਦਾ ਹੈ, ਫਿਰ ਇਹਦੀ ਸੰਤੁਸ਼ਟੀ ਹੁੰਦੀ ਸਾਡੇ ਮਨ ਦੀ। ਜਦੋਂ ਆਪਾਂ ਐਸੇ ਗੁਰੂ ਕੋਲ ਜਾਂਦੇ ਹਾਂ, ਐਸੇ ਗੁਰਮੁਖਾਂ ਦੀ ਸੰਗਤ ਕਰਦੇ ਆਪਾਂ, ਤਾਂ ਫਿਰ ਇਸ ਤਰ੍ਹਾਂ ਜਿਹੜਾ ਸਾਡਾ, ਤੇ ਉਹ ਜਦੋਂ ਇਹ ਸ਼ਬਦ ਦੀ ਵਿਚਾਰ ਸਾਰੀ ਸੁਣੀ, ਬੜਾ ਮਨ ਦੇ ਵਿੱਚ ਖਿਆਲ ਆ ਗਿਆ, ਮੈਂ ਤੇ ਸਾਰੀ ਉਮਰ ਜਿਹੜੀ ਉਹ ਵਿਅਰਥੀ ਗਾਲੀ, ਘਰ 'ਚ ਹੀ ਗੰਗਾ ਬਹਿ ਰਹੀ ਸੀ, ਪਤਾ ਨਹੀਂ ਸੀ ਵੀ ਆਪਾਂ ਬਾਹਰ ਐਡਾ ਗਿਆਨ ਦੀਆਂ ਜਿਹੜੀਆਂ ਵਿਚਾਰਾਂ ਕਰਕੇ ਆਉਂਦੇ ਰਹੇ, ਪਰ ਘਰੇ ਹੀ ਇੰਨਾ ਜ਼ਿਆਦਾ ਮਾਲਕ ਨੇ ਕਿਰਪਾ ਕੀਤੀ ਹੋਈ ਸੀ। ਤਾਂ ਫਿਰ ਬਾਹਰੀ ਇਸ਼ਨਾਨ ਤੇ ਕਹਿੰਦੇ ਬਹੁਤ ਕਰ ਲਿਆ, ਪਰ ਜਿਹੜਾ ਅੰਦਰਲਾ ਇਸ਼ਨਾਨ ਸੀ, ਮਨ ਦਾ ਨਾਮ ਇਸ਼ਨਾਨ ਹੋਣ ਕਰਕੇ ਮਨ ਮਨੂਰ ਬਣ ਗਿਆ। ਸਰੀਰ ਦਾ ਇਸ਼ਨਾਨ ਕਰਦੇ ਗਿਆਨ ਝਾੜ ਕੇ ਆ ਜਾਂਦੇ, ਤੇ ਜਿਹੜਾ ਉਹ ਮਨ ਦਾ ਭੇਦ ਨਾ ਰਿਹਾ। ਹੁਣ ਇਸ ਤਰ੍ਹਾਂ ਜਦੋਂ ਆਪ ਨੇ ਤੀਰਥ ਸਥਾਨ ਬਹੁਤ ਕੀਤੇ ਪਰ ਭੇਦ ਨਾ ਆਇਆ, ਫਿਰ ਹੁਣ ਜਦੋਂ ਸੰਗਤ ਮਿਲੀ, ਮਨ 'ਚ ਬੜਾ ਵਿਰਾਗ ਹੋਇਆ, ਤੇ ਫਿਰ ਬੀਬੀ ਅਮਰੋ ਜੀ ਨੂੰ ਕਿਹਾ ਵੀ ਸਾਨੂੰ ਲੈ ਕੇ ਚੱਲੋ ਗੁਰੂ ਅੰਗਦ ਦੇਵ ਜੀ ਦੇ ਕੋਲ, ਤੇ ਬੇਨਤੀ ਕਰੋ ਸਾਡੇ ਵੱਲੋਂ ਕਿ ਸਾਨੂੰ ਗੁਰਮਤਿ ਦੀ ਦਾਤ ਬਖਸ਼ਿਸ਼ ਕਰਨ। ਤੇ ਉਦੋਂ ਫਿਰ ਇਸ ਤਰ੍ਹਾਂ ਜਦੋਂ ਉਹ ਫਿਰ ਦੂਸਰੇ ਦਿਨ ਗਏ, ਬੀਬੀ ਜੀ ਨਾਲ ਲੈ ਗਏ ਉਹਨਾਂ ਨੂੰ ਉੱਥੇ, ਤੇ ਗੁਰਮੁਖਾਂ ਦੇ ਸੰਗਤ ਦੇ ਵਿੱਚ ਜਾ ਕੇ, ਤੇ ਜਦੋਂ ਗਏ ਮਹਾਰਾਜ ਦੇ ਕੋਲ, ਤੇ ਜਾਂਦੇ ਹੀ ਪੈਰਾਂ ਤੇ ਡਿੱਗ ਪਏ। ਤੇ ਹੁਣ ਉਹਨਾਂ ਨੇ ਤੇ ਸੋਚਿਆ ਵੀ ਕੁੜਮ ਆਏ, ਕਿਉਂਕਿ ਰਿਸ਼ਤੇਦਾਰੀ ਸੀ, ਤੇ ਉਹ ਤੇ ਉੱਠ ਕੇ ਖੜੇ ਹੋ ਗਏ, ਤੇ ਇਹਨਾਂ ਨੂੰ ਵੀ ਉੱਠ ਕੇ ਨਾਲ ਹਿੱਕ ਦੇ ਲਾਇਆ ਵੀ ਨਹੀਂ, ਤੁਸੀਂ ਇਸ ਤਰ੍ਹਾਂ ਨਹੀਂ, ਤੁਸੀਂ ਖੜੇ ਹੋਵੋ, ਸਾਨੂੰ ਗੱਲ ਮਿਲੋ ਔਰ ਇੱਥੇ ਸਾਡੇ ਕੋਲ ਬੈਠੋ। ਤੇ ਉਹ ਕਹਿੰਦੇ ਨਹੀਂ, ਫਿਰ ਫਰਸ਼ ਤੇ ਬੈਠ ਕੇ ਥੱਲੇ ਵੀ ਨਹੀਂ, ਕਹਿੰਦੇ ਮੈਂ ਨਾ ਕੁੜਮ ਬਣ ਕੇ ਨਹੀਂ ਆਇਆ, ਮੈਂ ਤੇ ਇੱਕ ਜਾਚਕ ਬਣ ਕੇ ਆਇਆ, ਭਾਵ ਮੈਂ ਇੱਕ ਮੰਗਤਾ ਬਣ ਕੇ ਆਇਆ ਵੀ ਮੈਨੂੰ ਨਾਮ ਦੀ ਦਾਤ ਜਿਹੜੀ ਆ ਉਹ ਬਖਸ਼ਿਸ਼ ਕਰੋ। ਇਹ ਮੈਨੂੰ ਜੋ ਗੁਰੂ ਨਾਨਕ ਦੇ ਘਰ ਦਾ ਜਿਹੜਾ ਹੈ ਨਾਮ, ਨਾਨਕ ਹੈ ਘਰ ਕੇਵਲ ਨਾਮ, ਇਹ ਨਾਮ ਦਾ ਭੇਦ ਦਿਓ ਵੀ ਮੇਰੇ ਜੀਵਨ ਜਿਹੜਾ ਉਹ ਸਫਲ ਹੋ ਜਾਏ, ਮੇਰੇ ਤੇ ਕਿਰਪਾ ਕਰੋ। ਹੁਣ ਦੇਖੋ ਫਿਰ ਉੱਥੇ ਰਹੇ, ਗੁਰਮੁਖਾਂ ਕੋਲ ਰਹਿਣਾ ਉਦੋਂ ਤੋਂ ਹੀ ਉੱਥੇ ਰਹਿਣ ਲੱਗ ਪਏ। ਜਿੱਦਣ ਗਏ ਨਾ ਉਸੇ ਦਿਨ ਹੀ ਉੱਥੇ ਹੀ ਜਦੋਂ ਹੋ ਗਿਆ ਰਹਿਣ ਲੱਗ ਪਏ। ਉਦੋਂ ਦੇਖੋ ਗੁਰਮੁਖਾਂ ਦੀ ਜਿਹੜੀ ਉਮਰ ਸੀ 61 ਸਾਲ ਦੀ ਸੀ, ਤੇ ਗੁਰੂ ਅੰਗਦ ਦੇਵ ਜੀ ਦੀ ਉਮਰ 36 ਸਾਲ ਸੀ। ਉਮਰ ਦਾ ਲਿਹਾਜ਼ ਨਹੀਂ, ਰਿਸ਼ਤੇਦਾਰੀ ਦਾ ਵੀ ਨਹੀਂ ਲਿਹਾਜ਼ ਦੇਖਿਆ। ਦੇਖੋ ਕਿੰਨਾ ਮਨ 'ਚ ਵਿਰਾਗ ਹੋਏਗਾ, ਕਿੱਡੀ ਕਿਰਪਾ ਹੋਈ ਹੋਏਗੀ ਮਾਲਕ ਦੀ, ਵੀ ਇਹ ਕੁਛ ਦਾ ਖਿਆਲ ਨਹੀਂ ਕੀਤਾ, ਸਿਰਫ ਆਪਣਾ ਵੀ ਮੈਂ ਆਪਣੇ ਜੀਵਨ ਦਾ ਲਾਹਾ ਖੱਟ ਲਾਂ, ਇਹ ਜੀਵਨ ਵਿਅਰਥ ਚਲਾ ਗਿਆ ਹੈ, ਮੈਂ ਬੜਾ ਗਿਆਨ ਇਕੱਠਾ ਕਰ ਲਿਆ,
ਤੇ ਆਪਣੇ ਮਨ 'ਚ ਵੀ ਜੇ ਕਿਤੇ ਮਨ 'ਚ ਹੋਵੇ ਵੀ ਅਸੀਂ ਗਿਆਨ ਹਲੇ ਜ਼ਿਆਦਾ ਇਕੱਠਾ ਕਰ ਲਾਂਗੇ, ਅਸੀਂ ਜ਼ਿਆਦਾ ਕਥਾ ਵਿਚਾਰ ਕਰ ਸਕਦੇ ਹਾਂ, ਅਸੀਂ ਬੜੀਆਂ ਲੰਬੀਆਂ ਕਹਾਣੀਆਂ ਸੁਣਾ ਸਕਦੇ ਹਾਂ, ਅਸੀਂ ਬੜਾ ਪ੍ਰਭਾਵਿਤ ਕਰ ਸਕਦੇ ਹਾਂ, ਉਹ ਆਪਾਂ ਭਰਮ 'ਚ ਜੇ ਸਾਨੂੰ ਨਾਮ ਨਹੀਂ ਅੰਦਰੋਂ ਮਿਲਿਆ, ਜੇ ਸਾਡਾ ਮਨ ਅੰਦਰੋਂ ਨਹੀਂ ਜਾਗਿਆ, ਨਾਮ ਨਾਲ ਨਹੀਂ ਜੁੜ ਰਿਹਾ, ਤੇ ਫਿਰ ਅਸੀਂ ਭਰਮ 'ਚ ਆ। ਭਾਵੇਂ ਅਸੀਂ ਕਿੰਨਾ ਵੀ ਵਧੀਆ ਕੀਰਤਨ ਕਰ ਲੈਂਦੇ ਹੋਈਏ, ਕਥਾ ਵਿਚਾਰਾਂ ਕਰ ਲੈਂਦੇ ਹੋਈਏ, ਗੁਰਬਾਣੀ ਬੜੀ ਕੰਠ ਹੋਵੇ, ਬੜੀ ਬੁੱਧੀ ਤੇਜ਼ ਹੋਵੇ, ਤਾਂ ਵੀ ਇਹ ਕਿਸੇ ਕੰਮ ਨਹੀਂ ਜੇ ਅੰਦਰੋਂ ਨਾਮ ਨਹੀਂ ਮਿਲਿਆ, ਅੰਦਰੋਂ ਨਾਮ ਨਾਲ ਨਹੀਂ ਜੁੜੇ। ਇਹ ਸਾਰਾ ਉਹਨਾਂ ਨੂੰ ਭੇਦ ਲੱਗਿਆ ਤੇ ਫਿਰ ਉਹ ਸੰਗਤ 'ਚ ਗਏ 61 ਸਾਲ ਦੀ ਉਮਰ 'ਚ, ਸਾਰਾ ਗਿਆਨ ਹੋਣ ਦੇ ਬਾਵਜੂਦ 20 ਵਾਰੀ ਜਿਹੜੇ ਸੀ ਉਹ ਤੀਰਥਾਂ ਤੇ ਜਾ ਕੇ, ਔਰ ਜਿੰਨੇ ਉੱਥੇ ਕੋਈ ਬ੍ਰਾਹਮਣ ਪੰਡਤ ਸੀ ਸਾਰਿਆਂ ਨਾਲ ਵਿਚਾਰ ਵਟਾਂਦਰਾ ਕਰਦੇ ਤੇ ਜਿੱਤ ਕੇ ਆਉਂਦੇ ਸੀ। ਇਹਨਾਂ ਵੇਦਾਂ ਸ਼ਾਸਤਰਾਂ ਦਾ ਗਿਆਨ ਸੀ। ਸੋ ਕਹਿਣ ਦਾ ਮਤਲਬ ਹੈ ਫਿਰ ਉਹ ਜਦੋਂ ਇਸ ਤਰ੍ਹਾਂ ਗੁਰੂ ਜੀ ਦੀ ਸੰਗਤ ਕਰਦੇ, ਗੁਰੂ ਅੰਗਦ ਦੇਵ ਜੀ ਦੀ, ਤਾਂ ਪੁੱਛਿਆ ਉਹਨਾਂ ਨੇ ਵੀ ਮਨ 'ਚ ਫਿਰ ਵੀ ਜਿੰਨਾ ਚਿਰ ਇਹ ਭਾਈ ਸਾਹਿਬ ਨੇ ਆਪਾਂ ਨੂੰ ਦੱਸਿਆ ਵੀ ਜਿੰਨਾ ਚਿਰ ਆਪਣਾ ਮਿਲਾਪ ਨਹੀਂ ਹੁੰਦਾ ਨਾ, ਇਹ ਸਵਾਲ ਆਪਣੇ ਅੰਦਰ ਬਣੇ ਰਹਿੰਦੇ, ਕੋਈ ਨਾ ਕੋਈ ਸਵਾਲ ਤੁਹਾਨੂੰ ਅੰਦਰ ਪਰੇਸ਼ਾਨ ਕਰੇਗਾ, ਇਹ ਕਿਸ ਤਰ੍ਹਾਂ ਹੈ, ਇਹ ਕਿਸ ਤਰ੍ਹਾਂ, ਇਹ ਕਿਸ ਤਰ੍ਹਾਂ, ਜਿੰਨਾ ਚਿਰ ਮਿਲਾਪ ਨਹੀਂ ਹੋ ਜਾਂਦਾ। ਤੇ ਉਹ ਉਦੋਂ ਪੁੱਛਿਆ ਉਹਨਾਂ ਨੇ, ਕਹਿੰਦੇ ਜੀ ਹਰ ਜੀ ਸੁਖ ਅਗੰਮ ਹੈ ਤੇ ਕਿਤ ਬਿਦ ਮਿਲਿਆ ਜਾਏ। ਕਹਿੰਦੇ ਪ੍ਰਭੂ ਤੇ ਬੜਾ ਸੂਖਮ ਹੈ, ਜਿਸ ਤਰ੍ਹਾਂ ਕਥਾ ਵਿਚਾਰ 'ਚ ਤੁਸੀਂ ਦੱਸਿਆ ਹੈ ਸਾਰਾ, ਗੁਰੂ ਨਾਨਕ ਦੇਵ ਜੀ ਨੇ ਵੀ ਦੱਸਿਆ ਹੈ ਸਾਰਾ, ਵੀ ਉਹ ਤੇ ਸੂਖਮ ਹੈ, ਨਿਰਾਕਾਰ ਹੈ, ਦਿਸਦਾ ਨਹੀਂ, ਤੇ ਕਹਿੰਦੇ ਕਿਸ ਤਰ੍ਹਾਂ ਮਿਲਿਆ ਜਾ ਸਕਦਾ। ਤੇ ਗੁਰੂ ਅੰਗਦ ਦੇਵ ਜੀ ਨੇ ਫਿਰ ਜਵਾਬ ਦਿੱਤਾ, ਗੁਰ ਕੈ ਸ਼ਬਦ ਭਰਮ ਕੱਟੀਏ, ਅਚਿੰਤ ਵਸੈ ਮਨ ਆਏ। ਇਹ ਸਿਰਫ ਪਰਦਾ ਹੀ ਇੱਕ ਪਿਆ ਹੋਇਆ, ਕਹਿੰਦੇ ਜਦੋਂ ਗੁਰੂ ਕਿਰਪਾ ਕਰਦਾ ਪਰਦੇ ਨੂੰ ਕੱਟ ਦਿੰਦਾ ਹੈ, ਸਾਹਮਣੇ ਦਿਸ ਪੈਂਦਾ ਤੇ ਅਚਿੰਤ ਸਹਿ ਸੁਭਾਈ ਮਨ ਦੇ ਵਿੱਚ ਆ ਕੇ ਵਸ ਜਾਂਦਾ ਅੰਦਰ ਬਾਹਰ। ਹੁਣ ਸਾਨੂੰ ਦੂਰ ਦਿਸਦਾ ਹੈ ਕਿਉਂਕਿ ਸਾਡੇ ਅੱਗੇ ਪਰਦਾ ਹੈ, ਵਿੱਚ ਪਰਦਾ ਹਉਮੈ ਭਾਈ। ਹੁਣ ਸਾਡੇ ਤੇ ਮਾਲਕ ਦੇ ਵਿਚਕਾਰ ਇੱਕ ਦੀਵਾਰ ਹੈ, ਇੱਕ ਪਰਦਾ ਹੈ। ਉਹ ਜਿਹੜਾ ਪਰਦਾ ਜਿੰਨਾ ਚਿਰ ਪਰੇ ਨਹੀਂ ਹੁੰਦਾ ਉਹਨਾਂ ਚਿਰ ਆਪਾਂ ਨੂੰ ਭੇਦ ਨਹੀਂ ਆਉਂਦਾ। ਤੇ ਉਹ ਫਿਰ ਉਹਨਾਂ ਨੇ ਕਿਹਾ ਵੀ ਗੁਰ ਕੈ ਸ਼ਬਦ ਭਰਮ ਕੱਟੀਏ, ਚਿੰਤ ਵਸੈ ਮਨ ਆਏ। ਇਸ ਤਰ੍ਹਾਂ ਫਿਰ ਗੁਰਮੁਖਾਂ ਨੇ ਜਿਹੜਾ ਹੈ 12 ਸਾਲ ਉੱਥੇ ਰਹਿ ਕੇ ਸੇਵਾ ਕੀਤੀ ਤੇ ਸਿਮਰਨ ਅਭਿਆਸ ਕੀਤਾ। ਸੇਵਾ, ਪਾਣੀ ਇਸ਼ਨਾਨ ਕਰਾਉਣ ਦੀ, ਫਿਰ ਲੰਗਰ 'ਚ ਸੇਵਾ, ਹਰ ਪਾਸੇ ਹਰ ਤਰ੍ਹਾਂ ਦੀ ਸੇਵਾ ਜਿਹੜੀ ਉੱਥੇ ਖਡੂਰ ਸਾਹਿਬ ਚੱਲਦੀ ਸੀ, ਉੱਥੇ ਫਿਰ ਬਾਬਾ ਅਮਰਦਾਸ ਜੀ ਉਹਨਾਂ ਨੇ ਕੀਤੀ। ਔਰ 12 ਸਾਲ 60 ਸਾਲ ਦੀ ਉਮਰ 'ਚ ਗਏ ਸੀ 61 ਦੀ, 12 ਸਾਲ ਹੋਰ ਲਾ ਲਓ। ਤੇ ਉਹ ਇੰਨਾ ਸੇਵਾ ਕਰਕੇ ਜਦੋਂ ਇੰਨੀ ਉਹਨਾਂ ਨੇ ਕੀਤੀ, ਤਾਂ ਫਿਰ ਜਦੋਂ ਉਸ ਪ੍ਰਭੂ ਦੇ ਨਾਲ ਮਿਲਾਪ ਹੋਇਆ ਤੇ ਫਿਰ ਖੁਸ਼ੀ ਨਾਲ ਦੱਸਿਆ, ਬੜੀ ਖੁਸ਼ੀ ਤੇ ਖੇੜੇ ਦੇ ਵਿੱਚ ਦੱਸਿਆ, ਆਨੰਦ ਭਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਉਸ ਸਤਿਗੁਰੂ ਨੂੰ ਮੈਂ, ਉਸ ਵਾਹਿਗੁਰੂ ਨੂੰ ਅੰਤਰਗਤ ਪਾ ਲਿਆ, ਜਿਹਨੇ ਇਹ ਸਾਰੀ ਬੰਤ ਬਣਾਈ, ਜਿਹਨੇ ਸਾਰੀ ਜੀਵਨ ਦਾ ਖੇਡ ਖੇਡਿਆ, ਉਹਦੇ ਨਾਲ ਮਿਲਾਪ ਹੋ ਗਿਆ। ਤੇ ਕਹਿੰਦੇ ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਧਾਈਆਂ। ਉਹ ਫਿਰ ਜਿਹੜੇ ਅੰਦਰ ਸਾਡੇ ਸ਼ਬਦ ਚੱਲਦੇ ਉਹਨੂੰ ਵਧਾਈਆਂ ਕਿਹਾ, ਉਹ ਵੱਜੀਆਂ, ਉਹ ਨਾਮ ਪ੍ਰਗਟ ਹੋਇਆ। ਨਾਮ ਪ੍ਰਗਟ ਹੋਣ ਨਾਲ ਪ੍ਰਭੂ ਵੀ ਪ੍ਰਗਟ ਹੋ ਗਿਆ ਨਾਲ ਹੀ। ਕਹਿੰਦੇ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ। ਜਿਹੜੇ ਗੁਰਮੁਖ ਵਿੱਚ ਸਹਿਜ ਸਮਾਏ ਹੁੰਦੇ ਉਹਨਾਂ ਨੂੰ ਪਰਿਵਾਰ ਪਰੀਆਂ ਕਹਿ ਦਿੱਤਾ। ਉਹ ਸਾਰੇ ਹੀ ਹਾਜ਼ਰ ਹੁੰਦੇ ਜਦੋਂ ਮਿਲਾਪ ਹੁੰਦਾ। ਇਸ ਕਰਕੇ ਕਹਿੰਦੇ ਸਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਉਹ ਅਸਲੀ ਆਨੰਦ ਦੀ ਪ੍ਰਾਪਤੀ ਹੋਈ ਜਦੋਂ ਉਹ ਨਿਰੰਕਾਰ ਨਾਲ ਮਿਲਾਪ ਹੋ ਗਏ। ਇੱਥੇ ਨਿਰੰਕਾਰ ਨੂੰ ਸਤਿਗੁਰ ਕਹਿ ਦਿੱਤਾ ਹੈ ਕਿਉਂਕਿ ਸਤਿਗੁਰ ਤੇ ਨਿਰੰਕਾਰ ਦੇ ਵਿੱਚ ਕੋਈ ਭੇਦ ਨਹੀਂ, ਪ੍ਰਕਾਸ਼ ਹੈ। ਇਸ ਕਰਕੇ ਕਹਿੰਦੇ ਉਹਦੇ ਨਾਲ ਜਦੋਂ ਮਿਲਾਪ ਹੋ ਗਿਆ, ਫਿਰ ਆਪ ਜੀ ਨੇ ਫਿਰ ਉਹ ਸ਼ਬਦਾਂ ਦਾ ਵੀ ਦੱਸਿਆ, ਜਿਹੜੇ ਸਾਡੇ ਅੰਦਰ ਸ਼ਬਦ ਵੱਜਦੇ ਆ, ਅਨਹਦ ਸ਼ਬਦ ਹੈ, ਨਾਦ ਹੈ, 5 ਸ਼ਬਦਾਂ ਦਾ ਵੀ ਭੇਦ ਦੱਸਿਆ ਆਨੰਦ ਸਾਹਿਬ ਦੇ ਵਿੱਚ। ਇਸ ਕਰਕੇ ਦੱਸਿਆ ਆਨੰਦ ਸੁਣੋ ਵਡਭਾਗੀਓ, ਸਗਲ ਮਨੋਰਥ ਪੂਰੇ। ਉਹ ਅਨਹਦ ਸ਼ਬਦ ਨੂੰ ਜਦੋਂ ਤੁਸੀਂ ਸੁਣੋਗੇ ਤੇ ਸਾਰੇ ਹੀ ਮਨੋਰਥ ਪੂਰੇ ਹੋਣਗੇ, ਇਸ ਲੋਕ ਦੇ ਵੀ ਤੇ ਪਰਲੋਕ ਦੇ ਵੀ। ਇਸ ਕਰਕੇ ਉਹ ਸ਼ਬਦ ਜਿਹੜਾ ਹੈ ਸਾਰਿਆਂ ਦੇ ਅੰਦਰ ਚੱਲਦਾ, ਅਨਹਦ ਸ਼ਬਦ, ਅਨਹਦ ਬਾਣੀ ਵੀ ਕਿਹਾ ਉਹਨੂੰ ਸੱਚੀ ਬਾਣੀ ਵੀ ਕਹਿ ਦਿੱਤਾ ਵਾਹਿਗੁਰੂ ਨੇ। ਇਸ ਕਰਕੇ ਉਹ ਕਹਿੰਦੇ ਉਹਨੂੰ ਤੁਸੀਂ ਸਰਵਣ ਜਿਹੜਾ ਉਹ ਕਰੋ। ਕਹਿੰਦੇ ਕੀ ਹੈ, ਪਾਰ ਬ੍ਰਹਮ ਪਾਇਆ, ਉਤਰੇ ਸਗਲ ਵਸੂਰੇ। ਉਹਦੇ ਨਾਲ ਹੀ ਪ੍ਰਭੂ ਦੀ, ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਤੇ ਸਾਰੇ ਜਿਹੜੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ।
ਤੇ ਹੋਰ ਸਾਰੇ ਜਿਹੜੇ ਮਨ ਨੂੰ ਚਿੰਤਾਵਾਂ ਕਲੇਸ਼ ਚਿਮੜੇ ਸਾਰਿਆਂ ਦਾ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਜਦੋਂ ਇਸ ਤਰ੍ਹਾਂ ਉਹ ਸੱਚੀ ਬਾਣੀ ਨੂੰ ਸੁਣਿਆ ਅੰਦਰੋਂ, ਤਾਂ ਫਿਰ ਸਾਰੇ ਦੁੱਖਾਂ ਦਾ ਸੰਤਾਪਾਂ ਦਾ ਨਾਸ ਹੋ ਗਿਆ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਇਸ ਤਰ੍ਹਾਂ ਜਦੋਂ ਗੁਰੂ ਅੰਗਦ ਦੇਵ ਜੀ ਦੀ ਸੰਗਤ ਚ ਗਏ ਤਾਂ ਕਹਿੰਦੇ ਫਿਰ ਇਹ ਉਹਨਾਂ ਨਾਲ ਮਿਲਾਪ ਹੋਇਆ ਨਿਰੰਕਾਰ ਦੇ ਨਾਲ। ਸੁਣਤੇ ਪਨੀਤ ਕਹਤੇ ਪਵਿੱਤ ਸਤਿਗੁਰਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਦੂਰੇ। ਕਹਿੰਦੇ ਜਿੰਨੇ ਵੀ ਸੁਣਦੇ ਆ ਉਸ ਨਾਮ ਨੂੰ ਤੇ ਉਹਦੀ ਉਸਤਤ ਕਰਦੇ ਨਾਮ ਦੀ, ਉਹਨਾਂ ਤੇ ਸਾਰਿਆਂ ਤੇ ਨਿਰੰਕਾਰ ਕਿਰਪਾ ਕਰਦਾ ਹੈ, ਉਹਨਾਂ ਨੂੰ ਸਾਰਿਆਂ ਨੂੰ ਆਪਣੇ ਨਾਲ ਜੋੜ ਲੈਂਦਾ। ਇਸ ਕਰਕੇ ਇਹ ਜਿਹੜਾ ਆਪਾਂ ਨਾਮ ਸੁਣਦੇ ਤੇ ਨਾਮ ਦੀ ਉਸਤਤ ਕਰਦੇ ਮਹਿਮਾ ਕਰਦੇ ਆ, ਇਹ ਇੱਕ ਵੱਡੀ ਉਸਤਤ ਹੈ ਉਸ ਪ੍ਰਭੂ ਪਰਮੇਸ਼ਰ ਵਾਹਿਗੁਰੂ ਦੀ, ਜਿਹੜੀ ਜਦੋਂ ਆਪਾਂ ਨਾਮ ਦੀ ਉਸਤਤ ਕਰਦੇ। ਤਾਂ ਹੀ ਕਿਹਾ ਵੀ ਸੱਚੀ ਸੰਗਤ ਦੇ ਵਿੱਚ ਜਿਹੜੀ ਆ ਉਹ ਨਾਮ ਦੀ ਉਸਤਤ ਹੁੰਦੀ ਹੈ। ਸੱਚੀ ਸੰਗਤ ਦੇ ਵਿੱਚ ਉਹ ਆਪਾਂ ਨੂੰ ਸਿੱਧਾ ਮਿਲਾਪ ਦਾ ਰਸਤਾ ਦੱਸਿਆ ਜਾਂਦਾ ਹੈ। ਬਹੁਤੀਆਂ ਲੰਬੀਆਂ ਚੌੜੀਆਂ ਕਹਾਣੀਆਂ ਨਹੀਂ ਦੱਸੀਆਂ ਜਾਂਦੀਆਂ, ਉਹ ਉਦੋਂ ਦੱਸੀਆਂ ਜਾਂਦੀਆਂ ਜਿਹੜਾ ਅਜੇ ਬਹੁਤ ਦੂਰ ਹੋਵੇ, ਸੰਸਾਰ ਨਾਲ ਬਹੁਤ ਜੁੜਿਆ ਹੋਵੇ ਤੇ ਉਹਦੀ ਪਕੜ ਬਹੁਤ ਹੋਵੇ, ਫਿਰ ਉਹਨੂੰ ਜਿਹੜਾ ਹੈ ਉਹ ਜ਼ਿਆਦੀਆਂ ਕਹਾਣੀਆਂ ਦੀ ਲੋੜ ਪੈਂਦੀ, ਲੰਬੀਆਂ ਕਥਾ ਕਹਾਣੀਆਂ ਦੀ। ਉਹ ਵੀ ਬੜੀ ਕਿਰਪਾ ਹੋਵੇ ਮਾਲਕ ਦੀ ਜੀਵ ਚੱਲਦਾ ਹੈ। ਨਹੀਂ ਤਾਂ ਜਿਹੜੇ ਇਹ ਮਾਲਕ ਦਾ ਖੇਡ ਇਸ ਤਰ੍ਹਾਂ ਦਾ ਹੈ ਵੀ ਜਿਨ੍ਹਾਂ ਦੇ ਕੁਛ ਕਰਮ ਚੰਗੇ ਆ ਉਹਨਾਂ ਨੂੰ ਇਹ ਇੱਕ ਹੱਥ ਦੀ ਕਹਾਣੀ ਸਮਝ ਆਉਂਦੀ। ਵੱਡੇ ਭਾਗ ਵਿਰਲੇ, ਉਹਨਾਂ ਨੂੰ ਵਿਰਲੇ ਵਿਰਲੇ ਕਿਹਾ, ਹੈਨ ਵਿਰਲੇ ਨਹੀਂ ਘਣੇ ਫੈਲ ਫਕੜ ਸੰਸਾਰ। ਇਸ ਤਰ੍ਹਾਂ ਜਦੋਂ ਕਿਰਪਾ ਹੋਈ ਤੇ ਉਹਨਾਂ ਨੇ ਫਿਰ ਦੱਸਿਆ ਆਪਾਂ ਨੂੰ ਸਾਰਾ। ਫਿਰ ਗੁਰੂ ਦੀ ਮਹਿਮਾ ਕਰਦੇ ਹੋਏ ਆਪ ਜੀ ਨੇ ਦੱਸਿਆ, ਕਹਿੰਦੇ ਮਾਇਆ ਮੋਹ ਗਵਾਰ ਹੈ ਗੁਰਬਿਨ ਗਿਆਨ ਨਾ ਹੋਈ। ਫਿਰ ਜਦੋਂ ਆਪ ਗੁਰੂ ਦਾ ਭੇਦ ਲੱਗਿਆ, ਗੁਰੂ ਦੁਆਰਾ ਨਿਰੰਕਾਰ ਨਾਲ ਮਿਲਾਪ ਹੋਇਆ, ਫਿਰ ਸਾਨੂੰ ਦੱਸਣ ਲੱਗੇ ਵੀ ਗੁਰੂ ਤੋਂ ਬਿਨਾਂ ਗਿਆਨ ਨਹੀਂ ਹੁੰਦਾ। ਸ਼ਬਦ ਲੱਗੇ ਤਿੰਨ, ਬੁੱਝਿਆ ਦੂਜਾ ਫਰਜ਼ ਵਿਗੋਈ। ਕਹਿੰਦੇ ਜਿਹੜੇ ਸ਼ਬਦ ਨਾਲ ਜੁੜੇ ਉਹਨੂੰ ਬੁੱਝ ਆਈ ਜਾਂਦੀ, ਉਹਨੂੰ ਭੇਦ ਆਉਂਦਾ ਇਸ ਚੀਜ਼ ਦਾ। ਮਨ ਮੇਰੇ ਗੁਰਮਤ ਕਰਨੀ ਸਾਰ, ਇਹ ਜਿਹੜੀ ਗੁਰੂ ਦੀ ਮੱਤ ਹੈ ਇਹੀ ਸਾਰੀਆਂ ਕਰਨੀਆਂ ਦੀ ਸਾਰ ਹੈ, ਸਾਰਾਂਸ਼ ਹੈ ਵੀ ਗੁਰਮਤ ਤੋਂ ਬਿਨਾਂ ਨਹੀਂ ਆਪਾਂ ਨੂੰ ਭੇਦ ਆਉਂਦਾ ਜਿੰਨਾ ਚਿਰ ਆਪਾਂ ਗੁਰੂ ਦੀ ਮੱਤ ਅਖਤਿਆਰ ਨਹੀਂ ਕਰਦੇ। ਇਸ ਕਰਕੇ ਸਦਾ ਸਦਾ ਹਰ ਪ੍ਰਭ ਰਬ ਰਵੈ ਤਾਂ ਪਾਵੈ ਮੋਖ ਦੁਆਰ। ਇਸ ਤਰ੍ਹਾਂ ਆਪਾਂ ਜਦੋਂ ਆਪਾਂ ਉਹਦੇ ਨਾਲ ਜੁੜੇ ਰਹਿੰਦੇ ਹਾਂ ਤਾਂ ਫਿਰ ਸਾਨੂੰ ਮੁਕਤੀ ਦਾ ਦੁਆਰ ਪ੍ਰਾਪਤ ਹੁੰਦਾ ਹੈ। ਗੁਰਬਿਨ ਗਿਆਨ ਨਾ ਹੋਈ ਨਾ ਸੁਖ ਵਸੈ ਮਨ ਆਏ, ਸਿੱਧ ਸਾਧਕ ਨਾਮੈ ਕੋ ਸਭ ਖੋਜਦੇ ਥੱਕ ਰਹੇ ਲਿਵ ਲਾਏ। ਕਹਿੰਦੇ ਕਿੰਨੇ ਰਿਸ਼ੀ ਮੁਨੀ ਸਿੱਧ ਸਾਧਕ ਜੋਗੀ ਨਾਥ ਕਿੰਨੇ ਕਹਿੰਦੇ ਤਪੱਸਿਆ ਕਰ ਰਹੇ ਆ, ਪਰ ਗੁਰੂ ਤੋਂ ਬਿਨਾਂ ਜਿਹੜਾ ਉਹ ਭੇਦ ਨਹੀਂ ਆਉਂਦਾ। ਜਿੰਨਾ ਚਿਰ ਗੁਰੂ ਦੀ ਸੰਗਤ ਨਹੀਂ ਕਰਦੇ, ਗੁਰੂ ਨਾਲ ਨਹੀਂ ਜੁੜਦੇ, ਇਹ ਨਾਮ ਦਾ ਭੇਦ ਨਹੀਂ ਆਉਂਦਾ, ਨਾਮ ਨਾਲ ਸੁਰਤੀ ਨਹੀਂ ਜੁੜਦੀ, ਮਨ ਜਾਗਦਾ ਨਹੀਂ। ਫਿਰ ਜਿਹੜਾ ਹੋਰ ਉਹਨਾਂ ਨੇ ਅਣਗਿਣਤ ਜੋ ਹੈ ਸਾਨੂੰ ਜੀਵਨ ਦੀ ਸੇਧ ਦਿੱਤੀ, ਸਾਰੇ ਗੁਣ ਉਹਨਾਂ ਦੇ ਵਿਚਾਰਨੇ ਨਹੀਂ ਜਾ ਸਕਦੇ। ਏਡੇ ਭਲੇ ਅਮਰਦਾਸ ਗੁਣ ਤੇਰੇ, ਤੇਰੀ ਮਹਿਮਾ ਤੋਹੇ ਬਣ ਆਵੈ। ਵੀ ਤੇਰੇ ਗੁਣ ਬਿਆਨ ਤੋਂ ਬਾਹਰ ਹੈ, ਤੂੰ ਤੇ ਬਹੁਤ ਬੇਅੰਤ ਹੈ। ਇਸ ਕਰਕੇ ਗੁਣ ਸਾਰੇ ਨਹੀਂ ਸਤਿਗੁਰ ਦੇ ਬਿਆਨ ਕੀਤੇ ਜਾ ਸਕਦੇ। ਪਰ ਜਿਨ੍ਹਾਂ ਗੱਲਾਂ ਤੇ ਉਹਨਾਂ ਨੇ ਜ਼ੋਰ ਦਿੱਤਾ, ਕਿਉਂਕਿ ਉਹਨਾਂ ਦੀ ਉਮਰ ਦਾ ਤਜਰਬਾ ਸੀ, ਲੰਬੀ ਉਮਰ ਦਾ ਤਜਰਬਾ ਜਿਹੜਾ ਸੀ ਉਹਨਾਂ ਨੇ ਫਿਰ ਜਦੋਂ ਇਹ ਸਾਰਾ ਫਿਰ ਉੱਥੇ ਸਿੱਖਾਂ ਦੇ ਉੱਤੇ ਉਹਨਾਂ ਨੂੰ ਉਸ ਚੀਜ਼ ਦਾ ਭੇਦ ਦਿੱਤਾ। ਕੀ ਸੀ ਵੀ ਲੋਕ ਜਿਹੜੇ ਸੀ ਨਾ, ਜਾਤਾਂ ਪਾਤਾਂ ਜਿਹੜੀ ਇਹ ਬਿਮਾਰੀ ਆਪਣੇ ਚ ਬਾੜ ਦਿੱਤੀ ਬ੍ਰਾਹਮਣ ਨੇ, ਤੇ ਇਹ ਜਾਤਾਂ ਪਾਤਾਂ ਚ ਲੋਕਾਂ ਨੂੰ ਵੰਡਤਾ ਤੇ ਉੱਚ ਨੀਚ ਚ ਕਰਤਾ। ਇਹ ਬਿਮਾਰੀ ਬਹੁਤ ਜ਼ਿਆਦਾ ਹੁਣ ਵੀ ਤੇ ਪਹਿਲਾਂ ਵੀ ਬਹੁਤ ਜ਼ਿਆਦਾ ਸੀ, ਉਦੋਂ ਤੇ ਬਹੁਤ ਜ਼ਿਆਦਾ ਹੀ ਸੀ। ਤੇ ਇਹ ਤੇ ਸਤਿਗੁਰਾਂ ਨੇ ਕਿਰਪਾ ਕੀਤੀ, ਸਤਿਗੁਰੂ ਨਾਨਕ ਦੇਵ ਜੀ ਨੇ ਸਾਰਿਆਂ ਨੂੰ ਇੱਕ ਇਕੱਠਾ ਬਿਠਾਤਾ ਤੇ ਉਹਨਾਂ ਨੂੰ ਸਿੱਖ ਕਹਿਤਾ। ਤੇ ਜਿਹੜਾ ਇਹ ਜਾਤ ਪਾਤ ਦਾ ਕਰਕੇ ਕੀ ਕਰਦੇ ਸੀ ਵੀ ਸਿੱਖਾਂ ਦੇ ਵਿੱਚ ਵੀ ਜਿਹੜੇ ਸੀ ਉੱਚੀ ਜਾਤੀ ਵਾਲੇ ਖਵਾਉਣ ਵਾਲੇ ਤੇ ਜਿਹੜੇ ਦੂਸਰਿਆਂ ਨਾਲ ਨੀਵਿਆਂ ਨਾਲ ਉਹ ਬਹਿੰਦੇ ਨਹੀਂ ਸੀ ਸਾਰੇ। ਜਦੋਂ ਸੰਗਤ ਸਮਾਪਤੀ ਹੁੰਦੀ ਸੀ ਉੱਠ ਕੇ ਚਲ ਜਾਂਦੇ ਸੀ, ਪ੍ਰਸ਼ਾਦਾ ਨਹੀਂ ਸੀ ਛਕਦੇ, ਏਦਾਂ ਦੇ ਵੀ ਹਾਲਾਤ ਸੀ। ਤੇ ਸਤਿਗੁਰਾਂ ਨੇ ਦੇਖਿਆ ਬਈ ਇਸ ਤਰ੍ਹਾਂ ਜੇ ਇਹ ਸੰਗਤ ਦੇ ਵਿੱਚ ਹੀ ਇਹ ਤੇ ਸਾਡਾ ਤੇ ਮਨੋਰਥ ਇਹ ਹੈ ਗੁਰੂ ਨਾਨਕ ਦੇ ਘਰ ਦਾ ਵੀ ਸਾਰੇ ਮਾਨਸ ਕੀ ਜਾਤ ਸਭਾ ਇੱਕ ਹੈ ਪਹਿਚਾਨ ਉਹ, ਤੇ ਇਹ ਇੱਕ ਹੀ ਹੈ ਜਾਤ ਮਾਨਸ ਦੀ। ਅਸੀਂ ਤੇ ਉਸੇ ਵਾਸਤੇ ਤੇ ਇਹ ਸਾਰਾ ਜਨਮ ਧਾਰਿਆ ਗੁਰੂ ਨਾਨਕ ਦੇਵ ਜੀ। ਜੇ ਜਾਤਾਂ ਪਾਤਾਂ ਚ ਵੰਡੇ ਰਹਿਣਾ ਸੀ ਤੇ ਬ੍ਰਾਹਮਣਵਾਦ ਵਾਲਾ ਸਿਸਟਮ ਸੀ, ਉਹੀ ਠੀਕ ਫਿਰ ਚੱਲੀ ਜਾ ਰਿਹਾ ਸੀ। ਪਰ ਉਹ ਜਾਤਾਂ ਪਾਤਾਂ ਖਤਮ ਕਰਨ ਵਾਸਤੇ ਹੀ ਤੇ ਜਿਹੜਾ ਸੀ ਇਹ ਉਹਨਾਂ ਨੇ ਇਹ ਸਾਰੀ
ਇਹ ਜਨਮ ਧਾਰ ਕੇ ਆਏ, ਸਤਿਗੁਰ ਆਪ ਕਲਾ ਧਾਰ ਨਾਰਾਇਣ ਜਗ ਮੈਂ ਪਰਵਰਿਓ। ਤੇ ਉਹ ਫਿਰ ਇਹ ਫਿਰ ਉਹਨਾਂ ਨੇ ਸਖਤੀ ਨਾਲ ਜਿਹੜਾ ਸੀ ਉਹ ਫਿਰ ਇਸ ਚੀਜ਼ ਨੂੰ ਜਿਹੜਾ ਕਿਹਾ, ਕਹਿੰਦੇ ਜਾਤ ਕਾ ਗਰਭ ਨਾ ਕਰ ਮੂਰਖ ਗਵਾਰਾ, ਇਸ ਗਰਭ ਤੇ ਚੱਲੇ ਬਹੁਤ ਵਿਕਾਰ। ਕਹਿੰਦੇ ਜਾਤ ਦਾ ਗਰਭ ਨਹੀਂ ਕਰੋ, ਇਹਦੇ ਨਾਲ ਮਨ ਦੇ ਵਿੱਚ ਹੋਰ ਵਿਕਾਰ ਪੈਦਾ ਹੁੰਦੇ, ਮਨ ਤੇ ਅੱਗੇ ਹੀ ਵਿਕਾਰੀ ਹੈ, ਇਹ ਤੇ ਅੱਗੇ ਵਿਕਾਰਾਂ ਨਾਲ ਹੋਰ ਅਣਗਿਣਤ ਵਿਕਾਰਾਂ ਨਾਲ ਜਿਹੜਾ ਭਰਿਆ ਹੋਇਆ ਹੈ, ਜਿਹੜੇ ਵਾਧੂ ਹੋਰ ਜਾਤ ਪਾਤ ਦੇ ਲਾ ਕੇ ਤੁਸੀਂ ਵਿਕਾਰ ਹੋਰ ਮਨ ਨੂੰ ਇੱਥੇ ਬੰਨੀ ਜਾ ਰਹੇ ਆ। ਕਹਿੰਦੇ ਚਾਰੇ ਵਰਨ ਆਖਿਆ ਸਭ ਕੋਈ, ਕਹਿੰਦੇ ਤੇ ਇਹ ਤੇ ਸਾਰੇ ਹੀ ਕਹਿ ਰਹੇ ਆ ਵੀ ਆ ਇਹ ਬ੍ਰਾਹਮਣ ਹੈ, ਆ ਛਤਰੀ ਹੈ, ਆ ਵੈਸ਼ ਹੈ, ਇਹ ਸ਼ੂਦਰ ਹੈ, ਇਹ ਸਾਰੇ ਹਰ ਕੋਈ ਇਹੀ ਗੱਲ ਕਰਦਾ। ਅਜੇ ਵੀ ਇਹ ਬਿਮਾਰੀ ਬਹੁਤ ਹੈ। ਆਪਾਂ ਨੂੰ ਤੇ ਸਿੱਖ ਕਹਿਤਾ ਵੀ ਜਿਹੜਾ ਜਾਤ ਪਾਤ ਨਹੀਂ ਦੇਖਦਾ ਉਹ ਸਿੱਖ ਹੈ, ਤੇ ਜਿਹੜਾ ਜਾਤਾਂ ਪਾਤਾਂ ਚ ਅਜੇ ਵੀ ਤੇ ਇਹ ਛਤਰੀ ਹੈ, ਬ੍ਰਾਹਮਣ ਹੈ, ਇਹ ਸ਼ੂਦ ਹੈ, ਇਹ ਵੈਸ਼ ਹੈ, ਉਹ ਕਹਿੰਦੇ ਇਹ ਸਾਰੇ ਕਹਿੰਦੇ ਇਹ ਚਾਰਾਂ ਜਾਤਾਂ ਦੀ ਗੱਲ ਕਰਦੇ ਆ। ਕਹਿੰਦੇ ਬ੍ਰਹਮ ਬਿੰਦੇ ਤੇ ਸਭ ਉਪਤ ਹੋਈ, ਕਹਿੰਦੇ ਸਾਰੇ ਹੀ ਤੇ ਉਹ ਮਾਲਕ ਚੋਂ ਪੈਦਾ ਹੋਏ, ਉਹਦੇ ਨਾਮ ਚੋਂ ਪੈਦਾ ਹੋਏ, ਉਹਦੀ ਸਾਰਿਆਂ ਨੂੰ ਪੈਦਾ ਕੀਤਾ। ਤੇ ਕਹਿੰਦੇ ਕਿਸ ਤਰ੍ਹਾਂ ਆਪਾਂ ਨੂੰ ਦੱਸਿਆ, ਉਹਨਾਂ ਨੇ ਉਦਾਹਰਨ ਦਿੱਤੀ। ਫਿਰ ਕਹਿੰਦੇ ਮਾਟੀ ਏਕ ਸਗਲ ਸੰਸਾਰਾ, ਜਿੱਦਾਂ ਘੁਮਿਆਰ ਹੈ ਭਾਂਡੇ ਬਣਾਉਂਦਾ, ਇੱਕ ਮਿੱਟੀ ਤੇ ਉਹੀ ਹੈ, ਇੱਕ ਮਿੱਟੀ ਤੋਂ ਹੀ ਇੱਕ ਜਿਹੜੀ ਛੋਟੇ ਬਰਤਨ ਬਣਾ ਦਿੰਦਾ ਹੈ, ਮਿੱਟੀ ਤੋਂ ਹੀ ਇੱਕ ਵੱਡੀ ਮਟਕੀ ਬਣਾ ਦਿੰਦਾ ਹੈ, ਮਿੱਟੀ ਤੋਂ ਹੀ ਹੋਰ ਕਿੰਨੇ ਜਿਹੜੇ ਹੈ ਸੋਹਣੇ ਸੋਹਣੇ ਬਰਤਨ ਬਣਾ ਦਿੰਦਾ ਹੈ। ਇਸ ਤਰ੍ਹਾਂ ਹੀ ਕਹਿੰਦੇ ਆ ਬਹੁਵਿਧ ਭਾਂਡੇ ਘੜੇ ਘੁਮਾਰਾ। ਇਸ ਤਰ੍ਹਾਂ ਉਸ ਨਿਰੰਕਾਰ ਨੇ ਬਹੁਤ ਇੱਕ ਮਿੱਟੀ ਤੋਂ ਹੀ ਸਾਰਿਆਂ ਨੂੰ ਪੈਦਾ ਕੀਤਾ, ਇੱਕ ਇਹਦੇ ਚ ਹਉਮੈ ਰੋਗ ਪਾ ਦਿੱਤਾ, ਉਹ ਹੀ ਨਹੀਂ ਇਹਨੂੰ ਟਿਕਣ ਦੇ ਰਿਹਾ। ਉਹ ਕਦੇ ਜਾਤ ਦੀ ਹਉਮੈ ਕਰ ਲੈਂਦਾ, ਜੇ ਪੈਸਾ ਚਾਰ ਆ ਜੇ ਪੈਸੇ ਦੀ ਹਉਮੈ, ਜੇ ਕਾਰੋਬਾਰ ਵੱਧ ਜੇ ਕਾਰੋਬਾਰ ਦੀ ਹਉਮੈ, ਜੇ ਕੋਈ ਗਿਆਨ ਆ ਜੇ ਤੇ ਗਿਆਨ ਦੀ ਹਉਮੈ। ਉਹ ਸਾਰੀਆਂ ਦੀਆਂ ਜਿਹੜੀਆਂ ਨਾ ਬਿਮਾਰੀਆਂ ਦਾ ਮੂਲ ਹਉਮੈ। ਫਿਰ ਉਹ ਨਾਲ ਰਲ ਜਾਂਦੇ ਦੂਸਰੇ ਕਾਮ ਕ੍ਰੋਧ ਲੋਭ ਹੰਕਾਰ, ਤੇ ਉਹ ਹੋਰ ਪਾਸੇ ਭਜਾਈ ਰੱਖਦੇ। ਤੇ ਇਸ ਤਰ੍ਹਾਂ ਇਹ ਕਰਕੇ ਜਿਹੜਾ ਜੀਵ ਹੈ ਉਹ ਫਸਿਆ ਹੋਇਆ। ਭਾਵ ਉਸ ਵੇਲੇ ਉਹਨਾਂ ਨੇ ਫਿਰ ਇਸ ਚੀਜ਼ ਤੇ ਸਖਤੀ ਨਾਲ ਜ਼ੋਰ ਦਿੱਤਾ ਵੀ ਇਹ ਜਦੋਂ ਕੋਈ ਸੰਗਤ ਚ ਆਵੇ ਪਹਿਲਾਂ ਉਹ ਪ੍ਰਸ਼ਾਦਾ ਛਕੇ ਤੇ ਫਿਰ ਸੰਗਤ ਕਰੇ, ਪਹਿਲੇ ਪੰਗਤ ਪਾਸ਼ੇ ਸੰਗਤ। ਇਹ ਉਹਨਾਂ ਨੇ ਤਖਤੀਆਂ ਵੀ ਲਿਖ ਕੇ ਲਾਤੀਆਂ ਵੀ ਇਹ ਪਹਿਲਾਂ ਤੁਸੀਂ ਆ ਕੇ ਸੰਗਤ ਪ੍ਰਸ਼ਾਦਾ ਪਾਣੀ ਛਕੋ, ਸਾਰੇ ਇੱਕੋ ਜਗ੍ਹਾ ਬੈਠ ਕੇ ਇੱਕ ਦੂਸਰੇ ਨਾਲ ਪਿਆਰ ਨਾਲ, ਔਰ ਜਿਹੜੀ ਗੱਲ ਸਮਝਾਈ ਜਾ ਰਹੀ ਉਹ ਸਮਝੋ ਵੀ ਇਹ ਸਾਰੇ ਇੱਕੋ ਤੋਂ ਪੈਦਾ ਹੋਏ ਹੈ, ਇੱਕੋ ਹੀ ਦੀ ਅੰਸ਼ ਹੈ, ਇੱਕੋ ਹੀ ਦਾ ਹੀ ਰੂਪ ਹੈ। ਇੱਥੇ ਤੁਸੀਂ ਵੱਖ-ਵੱਖ ਜਾਤਾਂ 'ਚ ਫਸ ਗਏ, ਇੱਥੇ ਬਸ ਵੱਖ-ਵੱਖ ਰੰਗਾਂ 'ਚ ਫਸ ਗਏ, ਆਪਣੇ ਆਪ ਨੂੰ ਕੋਈ ਕੁਛ ਕਹੀ ਜਾ ਰਿਹਾ, ਕੋਈ ਦੇਸ਼ਾਂ 'ਚ ਫਸ ਗਏ, ਉਹ ਕਹਿੰਦਾ ਇਹ ਦੇਸ਼ ਦਾ, ਉਹ ਕਹਿੰਦਾ ਆਹ ਦੇਸ਼ ਦਾ। ਦੇਸ਼ ਸਾਰਿਆਂ ਦਾ ਇੱਕੋ ਹੀ ਹੈ, ਨਿਰੰਕਾਰ ਦਾ ਦੇਸ਼, ਉੱਥੇ ਦੇ ਸਾਰੇ ਅਸੀਂ ਰਹਿਣ ਵਾਲੇ ਹਾਂ। ਇਹ ਤੇ ਧਰਤੀ ਦੇ ਉੱਤੇ ਵੰਡੀਆਂ ਪਾਈਆਂ ਹੋਈਆਂ ਜੀਵ ਨੇ। ਇਸ ਤਰ੍ਹਾਂ ਆਪਾਂ ਜਿਹੜੇ ਹਨ ਗਿਣਤ ਕਾਰਨਾਂ 'ਚ ਵੱਜੇ ਹੋਏ, ਹੁਣ ਵੀ ਉਦੋਂ ਤਾਂ ਬਹੁਤ ਜ਼ਿਆਦਾ ਵੱਜੇ ਹੋਏ ਸੀ ਲੋਕ। ਫਿਰ ਇਸ ਤਰ੍ਹਾਂ ਸਤਿਗੁਰਾਂ ਨੇ ਜਿਹੜਾ ਨਾ ਜਾਤਾਂ ਪਾਤਾਂ ਨੂੰ ਤੋੜਨ ਵਾਸਤੇ ਬਹੁਤ ਜਿਹੜੇ ਬੱਚੇ ਉਸ ਵੇਲੇ ਸੀ ਤੇ ਸੰਗਤ ਕਰਦੇ, ਤੇ ਉਹ ਜਾਤੀਆਂ ਤੋਂ ਉੱਪਰ ਉਠਾ ਕੇ ਤੇ ਫਿਰ ਵਿਆਹ ਸ਼ਾਦੀ ਵੀ ਕਰਾਏ, ਤਾਂ ਕਿ ਲੋਕੀ ਆਪਸ ਵਿੱਚ ਇਹਨਾਂ ਦਾ ਭਾਈਚਾਰਾ ਵਧੇ। ਤੇ ਉਹਦੇ ਨਾਲ ਫਿਰ ਉਹਨੂੰ ਹੀ ਸਿੱਖ ਕਿਹਾ ਗਿਆ ਵੀ ਜਿਹੜੇ ਇਹ ਜਾਤਾਂ ਪਾਤਾਂ ਤੋਂ ਉੱਪਰ ਉੱਠ ਗਏ ਉਹ ਸਿੱਖ। ਇਸ ਤਰ੍ਹਾਂ ਜਿਹੜਾ ਸੀ ਉਹਨਾਂ ਨੇ ਬਹੁਤ ਜਿਹੜਾ ਕੀਤਾ। ਫਿਰ ਜਿਹੜਾ ਦੂਸਰੇ ਸੀ ਜਿਹੜੀ ਜ਼ਿਆਦਾ ਫਸੇ ਹੋਏ ਸੀ ਲੋਕ ਹੋਰ, ਉਹ ਇਹ ਸੀ ਵੀ ਲੋਕ ਸੰਗਤ ਵੀ ਕਰਦੇ ਸੀ, ਤੇ ਜਦੋਂ ਆਪਣੇ ਕੋਈ ਵਹਿਮਾਂ ਭਰਮਾਂ ਦੇ ਵਿੱਚ ਫਸੇ ਹੋਣ ਕਰਕੇ ਕੋਈ ਸਾਧੂ ਸੰਤ ਜਿਹੜੇ ਕੋਈ ਦੂਸਰੇ ਤਪਸਵੀ ਸੀ ਉਹਨਾਂ ਕੋਲ ਵੀ ਚਲ ਜਾਂਦੇ ਸੀ। ਫਿਰ ਜਿਹੜੇ ਪੁਰਾਣੇ ਕਰਮ ਹੈ ਜਿੱਦਾਂ ਵਰਤ ਰੱਖਣੇ ਤੇ ਹੋਰ ਕੋਈ ਜਿਹੜੇ ਕਰਦੇ ਆ ਪੁਰਾਣੇ, ਹੋਰ ਕੋਈ ਬਹੁਤ ਕੋਈ ਏਦਾਂ ਦੇ ਬਹੁਤ ਜ਼ਿਆਦਾ ਜਿਹੜੇ ਸੀ ਉਹ ਤਿਉਹਾਰ ਰੀਤੀ ਰਿਵਾਜ ਮਨਾਉਂਦੇ ਸੀ, ਤੇ ਉਹ ਫਿਰ ਉਹ ਵੀ ਨਹੀਂ ਸੀ ਛੱਡਦੇ। ਫਿਰ ਉਹਨਾਂ ਨੇ ਜ਼ੋਰ ਦੇ ਕੇ ਜਿਹੜਾ ਇਹਨਾਂ ਨੂੰ ਛਡਾਇਆ, ਕਹਿੰਦੇ ਕਰਮ ਕਾਂਡ ਬਹੁ ਕਰੇ ਆਚਾਰ, ਬਿਨ ਨਾਮ ਹੈ ਧ੍ਰਿਗ ਧ੍ਰਿਗ ਹੰਕਾਰ। ਕਹਿੰਦੇ ਜਿੰਨੇ ਵੀ ਕਰਮ ਕਾਂਡ ਕਰਦੇ ਆ, ਤੁਸੀਂ ਵਰਤ ਰੱਖਦੇ ਆ, ਹੋਰ ਪਤਾ ਨਹੀਂ ਕੀ ਕੰਜਕਾਂ ਭਾਲਦੇ ਆ, ਕਈ ਕੁਛ ਕਰਦੇ, ਇੰਨਾ ਕੁਛ ਹੁੰਦਾ ਸੀ ਅੱਗੇ, ਹੁਣ ਵੀ ਕਰਨ ਵਾਲੇ ਕਰੀ ਜਾ ਰਹੇ। ਭਾਵ ਵੀ ਉਹ ਕਹਿੰਦੇ ਸਾਰਾ ਕੁਛ ਹੀ ਹੈ, ਇਹ ਤੁਹਾਨੂੰ ਜਿਹੜਾ ਹੈ ਨਿਮਾਨਤਾ ਵੱਲ ਲਿਜਾ ਰਿਹਾ। ਕਹਿੰਦੇ ਬੰਧਨ ਬੰਧਿਓ ਮਾਇਆ ਫਾਸ। ਇਸ ਤਰ੍ਹਾਂ ਹੋਰ ਜੀਵ ਜਿਹੜਾ ਹੈ ਉਹ ਮਾਇਆ ਦੇ ਬੰਧਨਾਂ 'ਚ ਫਸਦਾ ਜਾ ਰਿਹਾ ਹੈ। ਇਹ ਤੇ ਮੁਕਤ ਹੋਣ ਵਾਸਤੇ ਆਇਆ,
ਮੁਕਤ ਹੋਣ ਦੀ ਬਜਾਏ ਹੋਰ ਰੀਤੀ ਰਿਵਾਜਾਂ 'ਚ, ਹੋਰ ਸ਼ਗਨਾਂ ਅਪਸ਼ਗਨਾਂ 'ਚ, ਹੋਰ ਹੀ ਜਿਹੜੀਆਂ ਉਹ ਦਿਨਾਂ ਵਾਰਾਂ ਦੇ ਵਿੱਚ, ਇਹ ਮਹੂਰਤ ਦੇ ਵਿੱਚ ਫਸਦਾ ਜਾ ਰਿਹਾ। ਇੰਨੇ ਲੋਕ ਮਤਲਬ ਫਸੇ ਹੋਏ ਸੀ। ਜਾਂ ਨਾਨਕ ਛੁਟੈ ਗੁਰ ਪ੍ਰਗਾਸ, ਜਿਹੜਾ ਗੁਰੂ ਤੇ ਸੰਗਤ 'ਚ ਆ ਜਾਂਦਾ ਉਹਦੀ ਕਿਰਪਾ ਨਾਲ ਹੀ ਛੁੱਟ ਸਕਦਾ, ਨਹੀਂ ਤੇ ਮਾਇਆ ਦੇ ਭਰਮ 'ਚ ਇੰਨਾ ਫਸਿਆ ਹੋਇਆ ਸੀ। ਇਸ ਕਰਕੇ ਫਿਰ ਗੁਰੂ ਨੇ ਕੀ ਕੀਤਾ, ਉਹਨਾਂ ਨੇ ਫਿਰ ਆਪਾਂ ਨੂੰ ਸਮਝਾਇਆ ਬਾਰ-ਬਾਰ ਵੀ ਇਹ ਭਰਮਾਂ 'ਚ ਨਹੀਂ ਪੈਣਾ, ਇਹ ਭਰਮਾਂ 'ਚ ਨਿਕਲੋ। ਜੇ ਤੁਸੀਂ ਭਰਮਾਂ 'ਚ ਹੀ ਪੈ ਰਹੇ ਫਿਰ ਜਨਮ ਮਰਨ ਦੇ ਗੇੜੇ 'ਚ ਪੈ ਜਾਓਗੇ। ਕਰਮ ਭੁਲਾਣਾ ਅੰਧਲਾ ਫਿਰ ਆਵੈ ਜਾਏ। ਕਹਿੰਦੇ ਜੇ ਤੁਸੀਂ ਇਹ ਭਰਮ ਭੁਲਾਣਾ ਜਿਹੜਾ ਹੈ, ਇਹ ਭਰਮਾਂ ਦੇ ਵਿੱਚ ਹੀ ਪੈ ਰਹੇ, ਤਾਂ ਫਿਰ ਤੁਸੀਂ ਬਾਰ-ਬਾਰ ਜੂਨਾਂ 'ਚ ਆਓਗੇ, ਤਾਂ ਫਿਰ ਮੁਕਤੀ ਨਹੀਂ। ਇਸ ਤਰ੍ਹਾਂ ਫਿਰ ਉਹਨਾਂ ਨੇ ਆਪਾਂ ਨੂੰ ਜਿਹੜਾ ਹੈ ਜੀਵਾਂ ਨੂੰ ਭੇਦ ਦੱਸਿਆ ਇਹ ਸਾਰਾ ਜੀਵਨ ਦਾ, ਔਰ ਦੱਸਿਆ ਫਿਰ ਆਪਾਂ ਨੂੰ ਇਹ ਤ੍ਰੈ ਗੁਣਾਂ ਦਾ ਭੇਦ ਦੱਸਿਆ। ਇਹ ਜਿਸ ਤਰ੍ਹਾਂ ਆਪਾਂ ਗੁਰਮੁਖਾਂ ਨੇ ਭੇਦ ਦੱਸ ਦਿੱਤਾ, ਇਹ ਸਾਰਾ ਤੇਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆ ਰਹਿਣ ਵਿਹਾਣੀ। ਇਹ ਜਿਹੜਾ ਸੀ ਤਿੰਨਾਂ ਗੁਣਾਂ ਦੇ ਵਿੱਚ ਹੀ ਸੰਸਾਰ ਆਪਣਾ ਸਾਰਾ ਜਿਹੜਾ ਉਹ ਸੁੱਤਾ ਹੋਇਆ। ਇਹ ਜਿਹੜੇ ਆਪਾਂ ਨੂੰ ਤਿੰਨਾਂ ਗੁਣਾਂ ਦਾ ਭੇਦ ਸਤਿਗੁਰਾਂ ਨੇ ਦਿੱਤਾ, ਗੁਰੂ ਅਮਰਦਾਸ ਜੀ ਨੇ, ਤੇਹੀ ਗੁਣੀ, ਇਹ ਸਤੋਗੁਣ, ਰਜੋਗੁਣ ਤੇ ਤਮੋਗੁਣ, ਇਹਦੇ ਵਿੱਚ ਹੀ ਸਾਰਾ ਸੰਸਾਰ ਜਿਹੜਾ ਉਹ ਸੁੱਤਾ ਹੋਇਆ। ਤੇ ਸੁੱਤਾ ਹੋਣ ਦਾ ਆਪਾਂ ਨੂੰ ਸਮਝ ਲੱਗ ਗਈ। ਸਾਰੀ ਸੰਗਤ ਕਰਦੇ ਆਪਾਂ ਪੁਰਾਣੇ ਸਾਰੇ, ਵੀ ਜਦੋਂ ਆਪਣਾ ਮਨ ਪਰਮਾਤਮਾ ਨੂੰ ਨਹੀਂ ਦੇਖਦਾ, ਪ੍ਰਕਾਸ਼ ਨੂੰ ਨਹੀਂ ਦੇਖਦਾ, ਆਪਣੀ ਅਸਲੇ ਨੂੰ ਨਹੀਂ ਦੇਖਦਾ, ਆਪਣੀ ਜੋਤ ਨੂੰ ਨਹੀਂ ਦੇਖਦਾ, ਇਹ ਵਿਚਾਰਾਂ 'ਚ ਚਲੇ ਜਾਂਦਾ ਹੈ, ਇਹਦੇ ਅੱਗੇ ਭਰਮ ਦਾ ਪਰਦਾ ਆ ਜਾਂਦਾ ਹੈ, ਉਹਨੂੰ ਕਹਿਤਾ ਸੌਂ ਗਿਆ। ਜੇ ਆਪਣੇ ਇਹ ਕੰਨਾਂ ਦਾ ਇਸਤੇਮਾਲ ਨਹੀਂ ਕਰਦਾ, ਸ਼ਬਦ ਨੂੰ ਨਹੀਂ ਸੁਣਦਾ, ਸ਼ਬਦ ਨਾਲ ਨਹੀਂ ਜੁੜਦਾ, ਸ਼ਬਦ ਦੇ ਵਿੱਚ ਆਸਣ ਨਹੀਂ ਲਾਉਂਦਾ, ਤੇ ਇਹ ਬਾਹਰ ਸਰੀਰ ਦੇ ਵਿੱਚ ਆ ਕੇ ਆਸਣ ਲਾ ਲੈਂਦਾ, ਔਰ ਉਧਰਲਾ ਪਾਸਾ ਬਿਲਕੁਲ ਭੁੱਲ ਜਾਂਦਾ, ਇਹ ਸੌਂ ਗਿਆ। ਜੇ ਇਹ ਆ ਕੇ ਇਹ ਰਸਨਾ ਦੁਆਰਾ ਇਹ ਰਸ ਮਾਣਦਾ ਹੈ, ਸੰਸਾਰ ਦੇ ਰਸਕਸ ਜਿਹੜੇ ਉਹ ਸਾਰਾ ਕੁਝ ਕਰਦਾ ਹੈ, ਅੰਮ੍ਰਿਤ ਰਸ ਦਾ ਭੇਦ ਨਹੀਂ ਰਿਹਾ, ਤਾਂ ਫਿਰ ਕੀ ਹੈ, ਇਹ ਸਮਝੋ ਇਹ ਆ ਕੇ ਸੌਂ ਗਿਆ। ਇਸ ਤਰ੍ਹਾਂ ਅਣਗਿਣਤ ਕਾਰਨ ਹੈ ਸੌਣ ਦੇ। ਜਿੱਦਾਂ ਜਿੱਦਾਂ ਆਪਾਂ ਗੁਰਬਾਣੀ ਵਿਚਾਰਦੇ ਹਾਂ ਉਦਾਂ ਦਾ ਆਪਾਂ ਨੂੰ ਭੇਜ ਦਿੰਦੇ ਹੋ। ਤੇ ਫਿਰ ਇਸ ਕਰਕੇ ਦੱਸਿਆ, ਤਿਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ। ਤੇ ਫਿਰ ਇਹ ਵੀ ਦੱਸਦਾ ਹੈ, ਕਹਿੰਦੇ ਵੀ ਇੱਥੇ ਆ ਕੇ ਜਿੰਨੇ ਵੀ ਆਉਂਦੇ ਆ, ਮਾਲਕ ਨੇ ਇੱਕ ਖੇੜੀ ਐਸਾ ਬਣਾਇਆ, ਇਹ ਸਾਰੇ ਹੀ ਸੌ ਜਾਂਦੇ, ਇੱਕ ਨਹੀਂ ਦੋ ਨਹੀਂ, ਸਾਰੇ। ਜਿਹੜਾ ਵੀ ਇੱਥੇ ਆਉਂਦਾ ਹੈ, ਇੱਕੋ ਸਤਿਗੁਰ ਜਾਗਤਾ। ਸਤਿਗੁਰ ਅਮਰਦਾਸ ਜੀ ਸਮਝਾ ਰਹੇ, ਉਹਨਾਂ ਦੀ ਆਪਾਂ ਵਿਚਾਰ ਕਰ ਰਹੇ ਹਾਂ। ਕਹਿੰਦੇ ਇੱਕੋ ਸਤਿਗੁਰ ਜਾਗਤਾ, ਹੋਰ ਜਗ ਸੁੱਤਾ ਮੋਹ ਪਿਆਸ। ਹੋਰ ਕਹਿੰਦੇ ਸਾਰਾ ਸੰਸਾਰ ਹੀ ਮੋਹ ਦੀ ਨੀਂਦ ਦੇ ਵਿੱਚ ਸੁੱਤਾ ਹੋਇਆ, ਸਿਰਫ ਇੱਕ ਸਤਿਗੁਰ ਹੀ ਜਾਗਦਾ। ਤੇ ਹੁਣ ਜਿਹੜਾ ਜਾਗਦਾ, ਜੇ ਉਹਦੇ ਨਾਲ ਜੁੜਾਂਗੇ ਤੇ ਤਾਂ ਹੀ ਜਾਗਾਂਗੇ, ਔਰ ਜਿਹੜਾ ਜਗਾ ਰਿਹਾ ਉਹਦੇ ਨਾਲ ਜੁੜਾਂਗੇ ਤੇ ਜਾਗ ਪਾਂਗੇ। ਇਸ ਕਰਕੇ ਕੀ ਹੈ, ਕਹਿੰਦੇ ਵੀ ਸਤਿਗੁਰ ਸੇਵਨ ਜਾਗਨ ਸੇ ਜੋ ਰਤੇ ਸੱਚ ਨਾਮ ਗੁਣਤਾਸ। ਜਿਹੜੇ ਨਾਮ ਦੇ ਨਾਲ ਜੁੜ ਗਏ, ਸਤਿਗੁਰ ਦੀ ਸੰਗਤ ਚ ਆ ਕੇ ਉਹ ਸਤਿਗੁਰ ਨਾਲ ਜੁੜ ਗਏ, ਉਹ ਜਾਗ ਪੈਣਗੇ। ਇਸ ਕਰਕੇ ਫਿਰ ਉਹਨਾਂ ਨੇ ਦੱਸਿਆ ਆਪਾਂ ਨੂੰ, ਗੁਰ ਕਿਰਪਾ ਤੇ ਸੇ ਜਨ ਜਾਗੇ। ਜਿਨ੍ਹਾਂ ਤੇ ਫਿਰ ਗੁਰੂ ਦੀ ਸੰਗਤ ਚ ਆਏ, ਉਹਨਾਂ ਤੇ ਕਿਰਪਾ ਹੋਈ, ਜਿਨ੍ਹਾਂ ਹਰ ਮਨ ਵਸਿਆ, ਬੋਲੇ ਹੈ ਅੰਮ੍ਰਿਤ ਬਾਣੀ। ਉਹਨਾਂ ਦਾ ਮਨ ਜਾਗਿਆ, ਉਹਨਾਂ ਨੇ ਫਿਰ ਉਹਦੀ ਉਸਤਤ ਕਰਨੀ ਸ਼ੁਰੂ ਕੀਤੀ। ਤੇ ਉਸਤਤ ਹੀ ਉਦੋਂ ਸ਼ੁਰੂ ਕਰਦੇ ਹਾਂ ਆਪਾਂ ਜਦੋਂ ਜਾਗਦਾ ਮਨ। ਪਹਿਲਾਂ ਤੇ ਆਪਾਂ ਸੰਸਾਰ ਦੀ ਉਸਤਤ ਕਰੀ ਜਾਂਦੇ ਨਾ, ਵੀ ਸੰਸਾਰ ਦਾ ਕੰਮ ਕਾਰੋਬਾਰ ਏਦਾਂ ਓਦਾਂ ਇੱਧਰ ਉੱਧਰ। ਜਦੋਂ ਆਪਣਾ ਮਨ ਜਾਗ ਪੈਂਦਾ ਫਿਰ ਆਪਾਂ ਉਹਦੀ ਉਸਤਤ ਵੀ ਨਾਲ ਕਰਦੇ, ਵੀ ਪ੍ਰਮਾਤਮਾ ਦਾ ਨਿਰਗੁਣ ਸਰੂਪ, ਉਹਦੀ ਉਸਤਤ ਨਾਲ ਮੁਕਤ ਹੋਣਾ ਆਪਾਂ। ਇਸ ਤਰ੍ਹਾਂ ਗੁਰਮੁਖਾਂ ਨੇ ਜਿਹੜਾ ਹੈ ਉਹ ਆਪਾਂ ਨੂੰ ਭੇਦ ਦੱਸਿਆ, ਔਰ ਇਹ ਬਹੁਤ ਜ਼ਿਆਦਾ ਸਿੱਖਾਂ ਦੇ ਉੱਤੇ ਉਹਨਾਂ ਨੇ ਉਸ ਵਕਤ ਜਿਹੜੀ ਇੱਕ ਕ੍ਰਾਂਤੀਕਾਰੀ ਕਹਿ ਲਓ, ਸਮਾਜਿਕ ਤੇ ਧਾਰਮਿਕ ਸੁਧਾਰ ਕੀਤੇ। ਜਿਹੜੇ ਸਿੱਖਾਂ ਦੇ ਵਿੱਚ ਕੁਰੀਤੀਆਂ ਨਿਕਲ ਨਹੀਂ ਰਹੀਆਂ ਸੀ, ਉਹਦਾ ਕਾਰਨ ਜਾਇਜ਼ ਸੀ, ਕਿਉਂਕਿ ਇਹ ਜਿਹੜਾ ਕਿੰਨੇ ਹਜ਼ਾਰਾਂ ਸਾਲਾਂ ਤੋਂ ਅਸੀਂ ਜਿਹੜੇ ਆ ਲੋਕ ਜਾਤਾਂ ਪਾਤਾਂ 'ਚ ਵੰਡੇ ਹੋਏ ਆ, ਭਰਮਾਂ ਦੇ ਵਿੱਚ, ਕਰਮ ਕਾਂਡਾਂ ਦੇ ਵਿੱਚ, ਕੋਈ ਦੇਵੀ ਦੇਵਤਿਆਂ ਦੀ ਪੂਜਾ 'ਚ, ਕੋਈ ਕਿਤੇ ਕਿਤੇ ਜਿਹੜੀ ਅਸਲੀ ਨਿਰੰਕਾਰ ਹੈ ਉਹਦੀ ਕੋਈ ਪੂਜਾ ਨਹੀਂ, ਉਹਦਾ ਕੋਈ ਭੇਦ ਨਹੀਂ, ਉਹਦੇ ਨਾਲ ਜੁੜਨ ਦਾ ਕੋਈ ਸਾਧਨ ਨਹੀਂ ਇਹਨਾਂ ਨੂੰ ਮਿਲਿਆ, ਹੋਰ ਕਰਮ ਕਾਂਡਾਂ ਨਾਲ ਜੁੜੀ ਗਏ। ਇਸ ਤਰ੍ਹਾਂ ਗੁਰਮੁਖਾਂ ਨੇ ਜਿਹੜਾ ਫਿਰ ਕਿਹਾ,
ਔਰ ਇਹ ਸਾਰਿਆਂ ਨੂੰ ਜਿਹੜਾ ਹੈ ਸਮਝਾਇਆ ਵੀ ਸੋ ਸਿੱਖ ਸਖਾ ਬੰਦਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਫਿਰ ਪਿਆਰ ਨਾਲ ਵੀ ਸਮਝਾਇਆ, ਭਾਈ ਜੇ ਤੁਸੀਂ ਆਪਣੇ ਭਾਣੇ ਨਾਲ ਹੀ ਚੱਲਦੇ ਰਹੇ ਤੇ ਇਹ ਜੀਵਨ ਤੁਹਾਡਾ ਵਿਅਰਥ ਚੱਲ ਜਾਣਾ ਹੈ। ਇਹ ਤੁਹਾਡੀ ਇੱਛਾ ਹੈ ਹੁਣ ਆਪਣੇ ਭਾਣੇ ਨਾਲ ਚੱਲਣਾ ਹੈ ਕਿ ਗੁਰੂ ਦੇ ਭਾਣੇ ਨਾਲ ਚੱਲਣਾ। ਵੀ ਆਪਣੀ ਮਤ ਦੀ ਮਨ ਦੀ ਮਤ ਨਾਲ ਚੱਲਣਾ, ਉਹਨੂੰ ਮਨ ਮਤ ਕਹਿੰਦੇ, ਕਿ ਗੁਰੂ ਦੀ ਮਤ ਨਾਲ ਚੱਲਣਾ, ਉਹਨੂੰ ਗੁਰਮਤ ਕਹਿੰਦੇ। ਇਸ ਕਰਕੇ ਫਿਰ ਦੱਸਿਆ, ਸੋ ਸਿੱਖ ਸਖਾ ਬੰਦਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਆਪਣਾ ਭਾਣੇ ਜੋ ਚੱਲਾ ਭਾਈ, ਵਿਛੜ ਚੋਟਾਂ ਖਾਵੇ। ਜਿਹੜਾ ਆਪਣੇ ਭਾਣੇ 'ਚ ਚੱਲੇਗਾ ਉਹ ਵਿਛੜ ਜਾਏਗਾ, ਚੋਟਾਂ ਖਾਏਗਾ, ਇੱਕ ਜਨਮ ਤੋਂ ਦੂਸਰੇ, ਦੂਸਰੇ ਤੋਂ ਤੀਸਰੇ, ਏਦਾਂ ਜੂਨਾਂ ਦੀਆਂ ਚੋਟਾਂ ਦੇ ਵਿੱਚ ਪੈ ਜਾਏਗਾ। ਫਿਰ ਕਹਿੰਦੇ ਬਿਨ ਸਤਿਗੁਰ ਜਿਹੜਾ ਹੈ, ਇਹ ਜਿਹੜਾ ਉਹਦੇ ਸਤਿਗੁਰ ਸੁਖ ਕਦੇ ਨਾ ਪਾਵੇ ਭਾਈ, ਫਿਰ ਪਛਤਾਵਾ, ਫਿਰ ਬਾਰ-ਬਾਰ ਜੂਨਾਂ 'ਚ ਪੈ ਕੇ ਪਛਤਾਉਣਾ ਪੈਂਦਾ ਹਨ। ਇਸ ਕਰਕੇ ਇਹ ਉਹਨਾਂ ਨੇ ਆਪਾਂ ਨੂੰ ਬਹੁਤ ਜੀਵਨ ਦੀ ਸੇਧ ਦਿੱਤੀ, ਜੋ ਆਪਾਂ ਨੂੰ ਭੇਜ ਦਿੱਤਾ ਵੀ ਬਿਨ ਸਤਿਗੁਰੂ ਕਿਨੇ ਨਾ ਪਾਇਓ, ਕਰ ਵੇਖੋ ਮਨ ਵਿਚਾਰ, ਮਨਮੁਖ ਮੈਲ ਨਾ ਉਤਰੈ, ਜਿਚਰ ਗੁਰ ਸ਼ਬਦ ਨਾ ਕਰੈ ਪਿਆਰ। ਜਿੰਨਾ ਚਿਰ ਅੰਤਰਗਤ ਸ਼ਬਦ ਨਾਲ ਪਿਆਰ ਨਹੀਂ ਪੈਂਦਾ, ਇਹ ਮਨ ਦੀ ਮੈਲ ਨਹੀਂ ਉਤਰਦੀ। ਮਨ ਮੇਰੇ ਸਤਿਗੁਰ ਕਹਿ ਭਾਣੇ ਚੱਲ, ਨਿਜ ਘਰ ਵਸੈ ਅੰਮ੍ਰਿਤ ਪੀਵੈ, ਤਾਂ ਸੁਖ ਲਹੈ ਮਹਲ। ਵੀ ਤੁਸੀਂ ਆਪਣਾ ਇਹ ਮਨ, ਤੂੰ ਉਹਦੇ ਸਤਿਗੁਰ ਦੇ ਭਾਣੇ 'ਚ ਚੱਲ ਤੇ ਉੱਥੇ ਬੈਠ, ਉੱਥੇ ਅੰਮ੍ਰਿਤ ਛਕ, ਤੇਰੀ ਜਿਹੜੀ ਉਹ ਤੇਰੀ ਸੁਰਤੀ ਹੈ ਉਹ ਬੁੱਧ ਵਿਵੇਕ ਹੋਵੇ, ਤੂੰ ਉਹਦੇ ਨਾਲ ਜੁੜ ਕੇ ਆਪਣੇ ਜੀਵਨ ਦਾ ਲਾਹਾ ਲੈ ਸਕੇ। ਇਹ ਵੀ ਦੱਸਦਾ ਹੈ ਵੀ ਜੇ ਕੋਈ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ। ਇਹ ਵੀ ਸਤਿਗੁਰਾਂ ਨੇ ਆਪਾਂ ਨੂੰ ਦੱਸਿਆ ਵੀ ਜੇ ਤੁਸੀਂ ਕਹੋ ਵੀ ਅਸੀਂ ਸਤਿਗੁਰ ਨੂੰ ਤੂੰ ਬਿਨਾਂ ਹੀ ਆਪਣੇ ਆਪ ਮੁਕਤ ਹੋ ਜਾਾਂਗੇ, ਜਾਂ ਅਸੀਂ ਇਸ ਤਰ੍ਹਾਂ ਕਰ ਲਈਏ, ਸਾਨੂੰ ਗਿਆਨ ਹੋ ਗਿਆ, ਹੁਣ ਸਾਨੂੰ ਸ਼ਬਦ ਸੁਣਨ ਲੱਗ ਪਿਆ, ਹੁਣ ਸਾਨੂੰ ਐ ਹੋ ਗਿਆ, ਪ੍ਰਕਾਸ਼ ਹੋ ਗਿਆ, ਹੁਣ ਅਸੀਂ ਆਪੇ ਹੀ ਮੁਕਤ ਹੋ ਜਾਣਾ, ਇਹ ਕਹਿੰਦੇ ਭਰਮ ਭੁਲੇਖੇ 'ਚ ਨਾ ਪੈ ਜਿਓ। ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੈ ਮੁਕਤ ਨਾ ਹੋਰ ਥਾਂ ਕੋਈ, ਪੁੱਛੋ ਵਿਵੇਕੀਆਂ ਜਾਏ। ਵਿਵੇਕ ਜਿਨ੍ਹਾਂ ਦੀ ਬੁੱਧ ਹੋ ਗਈ, ਭਾਵ ਜਿਹੜੇ ਸੰਤ ਸਾਧੂ ਗੁਰਮੁਖ ਹੈ, ਜਿਨ੍ਹਾਂ ਨੇ ਗੁਰੂ ਦੀ ਮੱਤ ਲੈ ਕੇ ਉਹਦੇ ਨਾਲ ਜੁੜ ਗਏ ਔਰ ਉਹ ਜਾਗ ਪਿਆ ਮਨ, ਉਹਨਾਂ ਨੂੰ ਵੀ ਪੁੱਛ ਲਓ ਜੇ ਨਹੀਂ ਤੁਹਾਨੂੰ ਭੁਲੇਖਾ ਲੱਗਦਾ ਤਾਂ ਕਹਿੰਦੇ ਪੁੱਛੋ ਵਿਵੇਕੀਆਂ ਜਾਏ, ਅਨੇਕ ਜੂਨੀ ਭਰਮ ਆਵੈ, ਬਿਨ ਸਤਿਗੁਰ ਮੁਕਤ ਨਾ ਪਾਏ। ਅਨੇਕਾਂ ਜੁਨੀਆਂ 'ਚ ਚਲ ਜਾਓਗੇ, ਫਿਰ ਮੁਕਤੀ ਫਿਰ ਵੀ ਗੁਰੂ ਕੋਲ ਆ ਕੇ ਹੋਣੀ, ਸਤਿਗੁਰ ਕੋਲ ਆ ਕੇ ਹੋਣੀ। ਫਿਰ ਕਹਿੰਦੇ ਫਿਰ ਮੁਕਤ ਪਾਏ ਲਾਗ ਚਰਨੀ, ਸਤਿਗੁਰ ਸ਼ਬਦ ਸੁਣਾਏ। ਫਿਰ ਵੀ ਮੁਕਤੀ ਸਤਿਗੁਰ ਦੇ ਕੋਲ ਹੀ ਆ ਕੇ ਹੋਣੀ। ਇਸ ਕਰਕੇ ਦੱਸਿਆ, ਕਹਿ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਸਤਿਗੁਰ ਤੋਂ ਬਿਨਾਂ ਮੁਕਤੀ ਨਹੀਂ। ਇਸ ਕਰਕੇ ਜਿਹੜਾ ਹੈ ਇਸ ਤਰ੍ਹਾਂ ਸਤਿਗੁਰਾਂ ਨੇ ਆਪਾਂ ਨੂੰ ਇਹ ਜੀਵਨ ਜਾਚ ਸਿਖਾਈ, ਵੀ ਭੇਦ ਦਿੱਤੇ ਜੀਵਨ ਦੇ, ਵੀ ਇਹ ਜੀਵਨ ਦਾ ਅਸਲੀ ਭੇਦ ਹੈ, ਉਹਦੇ ਨਾਲ ਆਪਾਂ ਜਿਹੜਾ ਲਾਹਾ ਲਈਏ। ਇਹ ਆਪਾਂ ਇਸ ਤਰ੍ਹਾਂ ਉਹਨਾਂ ਦੀ ਮੱਤ ਤੇ ਚੱਲ ਕੇ ਆਪਾਂ ਆਪਣੇ ਜੀਵਨ ਦਾ ਲਾਹਾ ਲੈਣਾ ਹੈ। ਜਿਸ ਤਰ੍ਹਾਂ ਉਹਨਾਂ ਨੇ ਆਪਾਂ ਨੂੰ ਦੱਸਿਆ, ਸਭ ਤੋਂ ਪਹਿਲਾਂ ਆਪ ਉਹਨਾਂ ਨੂੰ ਗਿਆਨ ਸੀ ਤੇ ਉਹ ਗੁਰੂ ਦੇ ਕੋਲ ਨਾ ਜਾਣ ਕਰਕੇ ਉਹ ਵਿਵੇਕ ਗਿਆਨ ਨਹੀਂ ਹੋਇਆ। ਫਿਰ ਬਾਅਦ ਵਿੱਚ ਸੇਵਾ ਤੇ ਸਿਮਰਨ ਦੋਨੋਂ ਆਪਾਂ ਜਿਹੜਾ ਅੱਜ ਉਹਨਾਂ ਤੋਂ ਸਿੱਖਣਾ, ਉਹਨਾਂ ਦੇ ਜੀਵਨ ਤੋਂ ਅੱਜ ਜਿਹੜੀ ਸਾਨੂੰ ਸਿੱਖਿਆ ਦੀ ਲੋੜ ਹੈ, ਉਹਦੇ ਵਾਸਤੇ ਵਿਚਾਰ ਕਰਦੇ ਆਪਾਂ। ਸੇਵਾ ਤੇ ਸਿਮਰਨ ਦੋਨੋਂ, ਸੇਵਾ ਵੀ ਕਰਨੀ ਔਰ ਸਿਮਰਨ ਵੀ ਕਰਨਾ, ਔਰ ਕਾਰੋਬਾਰ ਵੀ ਕਰਨਾ, ਪਰਿਵਾਰ 'ਚ ਵੀ ਰਹਿਣਾ, ਪਰ ਅੰਜਨ ਮਾਹੇ ਨਿਰੰਜਨ ਰਹੀਏ ਵਾਲੀ ਅਵਸਥਾ 'ਚ ਰਹਿਣਾ। ਵੀ ਉਹ ਇਸ ਹਿਸਾਬ ਨਾਲ ਰਹਿਣਾ ਵੀ ਆਪਾਂ ਪਰਿਵਾਰ 'ਚ ਵੀ ਵਿਚਰੀਏ, ਨਾਲ ਸੰਸਾਰ ਨਿਰੰਕਾਰ ਨਾਲ ਵੀ ਜੁੜੀਏ। ਜਦੋਂ ਹੁਣ ਦੇਖਿਆ ਵੀ ਸਮਾਂ ਮਿਲਿਆ, ਹੁਣ ਆਪਾਂ ਟਿਕਾ 'ਚ ਬੈਠ ਸਕੀ, ਇੰਨੀ ਕੁ ਆਪਣੀ ਅਵਸਥਾ ਬਣਾ ਲੈਣੀ ਵੀ ਹੁਣ ਆਪਾਂ ਛੱਡ ਕੇ ਇੱਧਰੋਂ ਜਾ ਰਹੇ ਵੀ ਅੱਜ ਰਾਤ ਪੈ ਗਈ, ਹੁਣ ਚੱਲੇ ਉੱਧਰ ਆਪਣੇ ਘਰ, ਹੁਣ ਮਾਲਕ ਦੀ ਮਰਜ਼ੀ, ਕੱਲ ਨੂੰ ਆਉਣ ਦੇਵੇ ਜਾਂ ਨਾ ਆਉਣ ਦੇਵੇ, ਉਹਦੀ ਇੱਛਾ ਹੈ। ਇੱਧਰ ਵਾਲਾ ਕੰਮ ਅਸੀਂ ਜਿਹੜੀ ਜ਼ਿੰਮੇਵਾਰੀ ਨਿਭਾਤੀ, ਕੱਲ ਦਾ ਕੱਲ ਤੇ। ਇਸ ਤਰ੍ਹਾਂ ਆਪਾਂ ਜਦੋਂ ਆਪਣੀ ਮਨ ਦੀ ਅਵਸਥਾ ਹੌਲੀ ਹੌਲੀ ਬਣ ਜਾਂਦੀ ਹੈ, ਇਸ ਤਰ੍ਹਾਂ ਫਿਰ ਜਾਤ ਪਾਤ ਤੋਂ ਉੱਪਰ ਉਠਾਇਆ। ਇਹ ਜਿਹੜੀਆਂ ਬੀਬੀਆਂ ਸੀ, ਇਹਨਾਂ ਤੇ ਉਹਨਾਂ ਨੇ ਬੜੀ ਬਖਸ਼ਿਸ਼ ਕੀਤੀ। ਜਿਹੜੇ ਸੀ ਬਹੁਤ ਅੱਗੇ ਲੋਕ ਪਰਦਾ ਕਰਦੇ ਹੁੰਦੇ ਸੀ, ਘੁੰਡ ਕੱਢਦੇ ਸੀ, ਉਹਨਾਂ ਨੇ ਕਿਹਾ ਵੀ ਤੁਸੀਂ ਆ ਕੇ ਗੁਰੂ ਦੀ ਵਿਚਾਰ ਸੁਣੋ, ਇਹਨੂੰ ਧਿਆਨ ਦੇ ਨਾਲ। ਇਹ ਜਿਹੜੇ ਤੁਸੀਂ ਘੁੰਡ ਕੱਢ ਕੇ ਬੈਠ ਜਾਂਦੀਆਂ, ਨਾ ਤੁਹਾਨੂੰ ਫਿਰ ਉਹ ਸੁਣੇ, ਤੇ ਉਹ ਤੁਸੀਂ ਆਪਣਾ ਸਿਰ ਉੱਚਾ ਕਰਕੇ ਬੈਠੋ ਤੇ ਗੁਰੂ ਦੀਆਂ ਪੁੱਤਰੀਆਂ ਤੁਸੀਂ, ਔਰ ਆਪਣੇ ਜੀਵਨ ਦਾ ਲਾਹਾ ਲਓ। ਹੋਰ ਅਣਗਿਣਤ ਜਿਹੜੀ ਸਤੀ ਪ੍ਰਥਾ ਦਾ ਬਹੁਤ ਜ਼ਿਆਦਾ ਉਸ ਵੇਲੇ ਜ਼ੋਰ ਸੀ, ਸਤੀ ਪ੍ਰਥਾ ਤੋਂ ਉੱਪਰ ਉਠਾਇਆ।
इस तरह होर अनगिनत सतगुर दे जिहड़े बचन जिहड़े है ਉਹ ਉਸਤਤ ਬਿਆਨ नहीं की जा सकती। ਤੇ ਇਹ ਤੁਛ ਮਾਤਰ ਜਿਹੜਾ ਆਪਾਂ ਅੱਜ ਉਹਨਾਂ ਦੀ ਵਿਚਾਰ ਕੀਤੀ। ਆਓ ਫਿਰ ਆਪਾਂ ਜਿਹੜਾ ਥੋੜਾ ਸਿਮਰਨ ਅਭਿਆਸ ਕਰੀਏ ਤੇ ਫਿਰ ਆਪਾਂ ਅੱਗੇ ਥੋੜੀ ਵਿਚਾਰ ਕਰਕੇ ਫਿਰ ਸਮਾਪਤੀ ਹੈ। ਆਓ ਜੀ, ਕਰੋ ਕਿਰਪਾ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਫਿਰ ਰੱਖਿਆ ਦਾ ਸ਼ਬਦ ਪੜ੍ਹ ਕੇ ਸਮਾਪਤੀ ਹੈ। ਰੱਖੇ ਰਖਣ ਹਾਰ ਆਪ ਉਬਾਰਨ, ਗੁਰ ਕੀ ਪੈਰੀ ਪਾਏ ਕਾਜ ਸਵਾਰਨ। ਹੋਆ ਆਪ ਦਿਆਲ ਮਨੋ ਨਾ ਵਿਸਾਰਨ, ਸਾਧ ਜਨਾ ਕੈ ਸੰਗ ਭਵ ਜਲ ਤਾਰਨ। ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਬਿਦਾਰਨ, ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ। ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ। ਰੱਖੇ ਰਖਣ ਹਾਰ ਆਪ ਉਬਾਰਨ, ਗੁਰ ਕੀ ਪੈਰੀ ਪਾਏ ਕਾਜ ਸਵਾਰਨ। ਹੋਆ ਆਪ ਦਿਆਲ ਮਨੋ ਨਾ ਵਿਸਾਰਨ, ਸਾਧ ਜਨਾ ਕੈ ਸੰਗ ਭਵ ਜਲ ਤਾਰਨ। ਸਾਕਤ ਨਿੰਦਕ ਦੁਸ਼ਟ ਖਿਨ ਮਹੇ ਬਿਦਾਰਨ, ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ। ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੰਨੇ ਵਿਚਾਰ ਕਰਦੇ ਹਾਂ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਹਨ। ਗੁਰਬਾਣੀ ਅਗਾਧ ਬੁੱਧ ਹੈ, ਸੰਗਤ ਤੇ ਸਤਿਗੁਰੂ ਬਖਸ਼ਣਯੋਗ ਹਨ, ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।